ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੋ ਲਾਹੂ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੂ। ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੋ ਲਾਹੂ। ਹਰਿ ਕੇ ਲੋਗਾ ਮੈਂ ਤਉ ਮਤ ਕਾ ਭੂਰਾ। ਜਾਉ ਤਨ ਕਾਸੀ ਤਜ ਹੈ ਕਬੀਰਾ। ਰਮਈਐ ਕਹਾ ਨੇਹੁਰਾ। ਰਹਾਉ ਕਹਿਤ ਕਬੀਰਾ, ਸੁਨ ਹੋ ਰੇ ਲੋਈ। ਭਰਮ ਨਾ ਭੂਲਹੁ ਕੋਈ, ਕਿਆ ਕਾਸੀ ਕਿਆ ਊਖਰ ਮਗ ਹਰ। ਰਾਮ ਹਿਰਦੈ ਜਾਉ ਹੋਈ, ਕਹਿਤ ਕਬੀਰਾ, ਸੁਨ ਹੋ ਰੇ ਲੋਈ। ਭਰਮ ਨਾ ਭੂਲਹੁ ਕੋਈ, ਕਿਆ ਕਾਸੀ ਕਿਆ ਊਖਰ ਮਗ ਹਰ। ਰਾਮ ਹਿਰਦੈ ਜਾਉ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਤਖਤ ਚਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ, ਆਓ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਨੇ ਬੈਠਣ ਦਾ ਸਤਿਗੁਰੂ ਦੀ ਹਜ਼ੂਰੀ ਅੰਦਰ ਸੁਭਾਗ ਪ੍ਰਾਪਤ ਹੋਇਆ ਹੈ। ਜੋ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੁੰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਹੁਕਮਨਾਮਾ ਮਨੁੱਖਤਾ ਦੇ ਭਲੇ ਲਈ ਬਖਸ਼ਿਆ ਹੈ। ਗੁਰੂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਆਪਾਂ ਇਸ ਸ਼ਬਦ ਨੂੰ ਵਿਚਾਰਨਾ ਹੈ। ਆਓ ਇੱਕ ਵਾਰ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਇਕਾਗਰਤਾ ਬਖਸ਼ਦਿਆਂ ਆਪ ਜੀ ਰਸਨਾ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੂ। ਅੱਜ ਦਾ ਇਹ ਪਾਵਨ ਮੁੱਖ ਵਾਕ
ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 692 ਅੰਗ ਤੇ ਸ਼ਿਸ਼ੋਭਤ ਹੈ। ਤਨਾਸਰੀ ਰਾਗ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ। ਭਗਤ ਕਬੀਰ ਸਾਹਿਬ ਆਪਾਂ ਸੰਗਤ ਵਿੱਚ ਬੈਠੇ ਹਾਂ, ਜਿਨ੍ਹਾਂ ਨੇ ਸ਼ਲੋਕਾਂ ਵਿੱਚ ਕਿਹਾ ਸੀ, ਕਹਿਣ ਲੱਗੇ ਕਬੀਰ ਇਹ ਤਨ ਜਾਏਗਾ, ਸਕੋ ਤੇ ਲਿਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲਾਖ ਕਰੋੜ। ਤਨ ਨੇ ਬਿਨਸ ਜਾਣਾ ਹੈ, ਇੱਥੇ ਲੱਖਾਂ ਕਰੋੜਾਂ ਵਾਲੇ ਨੰਗੇ ਪੈਰ ਚਲੇ ਗਏ। ਨਾਲ ਹੀ ਫਿਰ ਅਗਲਾ ਬਚਨ ਵਰਤਿਆ, ਕਹਿਣ ਲੱਗੇ ਕਬੀਰ ਇਹ ਤਨ ਜਾਏਗਾ, ਕਵਨੈ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਕਹਿਣ ਲੱਗੇ ਤੂੰ ਸਤ ਸੰਗਤ ਕਰ, ਪਰਮੇਸ਼ਵਰ ਦੇ ਗੁਣਾਂ ਨੂੰ ਗਾ, ਤਨ ਨੇ ਜ਼ਰੂਰ ਬਿਨਸਣਾ ਹੈ। ਉਹ ਭਗਤ ਕਬੀਰ ਸਾਹਿਬ ਮਹਾਂਪੁਰਖ ਦਾ ਇਹ ਸ਼ਬਦ ਹੈ। ਤੇ ਆਰੰਭਤਾ ਵਿੱਚ ਜੋ ਬਚਨ ਵਰਤੇ, ਕਹਿਣ ਲੱਗੇ ਜੋ ਜਨ ਭਾਉ ਭਗਤ ਕਛ ਜਾਣੈ। ਜੋ ਜਨ ਜਿਹੜਾ ਸੇਵਕ, ਜਿਹੜਾ ਮਨੁੱਖ, ਭਾਉ ਦਾ ਆਖਰੀ ਅਰਥ ਹੈ ਪ੍ਰੇਮ, ਭਗਤ ਕਛ ਜਾਣੈ, ਜਿਹੜਾ ਮਨੁੱਖ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਕਰਦਾ ਹੈ, ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰੀਤ ਜੋੜਦਾ ਹੈ, ਤਾ ਕਉ ਅਚਰਜ ਕਾਹੂ। ਇਹਦਾ ਅਰਥ ਵਰਤਿਆ, ਕਹਿਣ ਲੱਗੇ ਉਸ ਮਨੁੱਖ ਦੀ ਬਿਰਤੀ ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦੀ ਆ। ਇਹ ਕੋਈ ਅਨੋਖੀ ਤੇ ਅਚਰਜ ਬਾਤ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਆ, ਜਿਹੜਾ ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਆਪਣੀ ਪ੍ਰੀਤ ਜੋੜਦਾ ਹੈ, ਉਹ ਸਹਿਜੇ ਹੀ ਇੱਕ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ। ਸਤਿਗੁਰੂ ਦੀ ਬਾਣੀ ਆਪ ਜੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪ੍ਰੀਤ ਦਾ ਬੜਾ ਜ਼ਿਕਰ ਮਿਲਦਾ ਹੈ। ਸਤਿਗੁਰੂ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਵੀ ਕਹਿਣਗੇ, ਕਹਿਣ ਲੱਗੇ ਮੇਰੀ ਪ੍ਰੀਤ ਗੋਬਿੰਦ ਸੋ ਜਿਨ ਕਟੈ, ਮੈਂ ਤੋ ਮੂਲ ਮੈਗੀ ਲਈ ਜੀ ਸਟੈ। ਹੇ ਪਰਮਾਤਮਾ ਮੇਰੀ ਪ੍ਰੀਤ ਤੇਰੇ ਨਾਲ ਟੁੱਟੇ ਨਾ, ਕਿਉਂਕਿ ਮੈਂ ਤੈਨੂੰ ਜਿੰਦ ਭੇਟ ਕਰਕੇ ਤੇਰੇ ਨਾਲ ਪ੍ਰੀਤ ਪਾਈ ਹੈ। ਉਹਨਾਂ ਦਾ ਸ਼ਬਦ ਆਰੰਭ ਹੁੰਦਾ ਹੈ, ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਨ ਬਾਣੀ ਸੋ ਜਸ ਪੂਰ ਰਾਖਿਓ, ਮਨ ਸੋ ਮਦਕਰ ਕਰੋ, ਚਰਨ ਹਿਰਦੇ ਧਰੋ, ਅੰਮ੍ਰਿਤ ਰਾਮ ਨਾਮ ਪਾਖੂ। ਭਗਤ ਰਵਿਦਾਸ ਸਾਹਿਬ ਕਹਿੰਦੇ ਆ, ਮੇਰਾ ਚਿੱਤ ਪਰਮੇਸ਼ਵਰ ਦੇ ਨਾਮ ਵਿੱਚ ਜੁੜਿਆ, ਨੇਤਰਾਂ ਨਾਲ ਮੈਂ ਦੀਦਾਰ ਕਰਦਾ, ਕੰਨਾਂ ਨਾਲ ਪਰਮੇਸ਼ਵਰ ਦਾ ਨਾਮ ਸੁਣਦਾ, ਰਸਨਾ ਨਾਲ ਪਰਮੇਸ਼ਵਰ ਦਾ ਨਾਮ ਜਪਦਾ ਹਾਂ, ਮਨ ਨੂੰ ਮੈਂ ਭੌਰਾ ਬਣਾਇਆ। ਇੱਕ ਕਿਰਪਾ ਕਰੀ ਪਰਮਾਤਮਾ, ਮੇਰੀ ਤੇਰੇ ਨਾਲ ਪ੍ਰੀਤ ਬਣੀ ਹੈ, ਮੇਰੀ ਪ੍ਰੀਤ ਤੇਰੇ ਨਾਲ ਟੁੱਟੇ ਨਾ। ਤੇ ਜੇ ਕੋਈ ਪੁੱਛੇ ਇਹ ਭਗਤ ਜੀ ਪ੍ਰੀਤ ਤੁਹਾਡੀ ਬਣੀ ਕਿਵੇਂ, ਤੇ ਭਗਤ ਜੀ ਅੱਗੇ ਕਹਿੰਦੇ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਪਾਪ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰਸਿਓ ਪੈਜ ਰਾਖੋ, ਰਾਜਾ ਰਾਮ ਮੇਰੀ। ਕਹਿਣ ਲੱਗੇ ਸਤ ਸੰਗਤ ਤੋਂ ਬਿਨਾ ਭਾਵਨਾ ਜਨਮ ਨਹੀਂ ਲੈਂਦੀ, ਤੇ ਭਾਵਨਾ ਤੋਂ ਬਿਨਾ ਰੱਬੀ ਭਗਤੀ ਨਹੀਂ, ਤੇ ਭਗਤੀ ਤੋਂ ਬਿਨਾ ਮਨੁੱਖਾ ਜਨਮ ਕਦੀ ਸਫਲ ਨਹੀਂ ਹੁੰਦਾ। ਮੈਂ ਬੇਨਤੀ ਤਾਂ ਕਹਿ ਰਿਹਾ, ਇੱਥੇ ਬਾਬਾ ਸਾਹਿਬ ਨੇ ਕਿਹਾ, ਕਹਿਣ ਲੱਗੇ ਜੋ ਜਨ ਭਾਉ ਭਗਤ ਕਛ ਜਾਣੈ, ਜਿਹੜਾ ਪਰਮੇਸ਼ਵਰ ਦੀ ਭਗਤੀ ਵਿੱਚ ਥੋੜਾ ਜਿਹਾ ਵੀ ਜੁੜ ਜਾਏ, ਭਗਤ ਜੀ ਕਹਿੰਦੇ ਤਾ ਕਉ ਅਚਰਜ ਕਾਹੂ। ਕਹਿਣ ਲੱਗੇ ਫਿਰ ਕੋਈ ਅਨੋਖੀ ਜਾਂ ਅਚਰਜ ਬਾਤ ਨਹੀਂ। ਸੱਚ ਇਹ ਵੀ ਜਿਹੜਾ ਭਗਤੀ ਨਾਲ ਜੁੜਦਾ ਹੈ, ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਹੋ ਜਾਂਦਾ ਹੈ। ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੋ ਲਾਹੂ। ਅੱਗੇ ਇੱਕ ਬਚਨ ਵਰਤਿਆ, ਕਹਿਣ ਲੱਗੇ ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਈਏ, ਪਰਤ ਕੇ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਜਦੋਂ ਕੋਈ ਪਰਮੇਸ਼ਵਰ ਦੇ ਨਾਮ ਵਿੱਚ ਜੁੜਦਾ ਹੈ, ਤੇ ਨਾਮ ਜਪਣ ਵਾਲਾ ਪਰਮੇਸ਼ਵਰ ਵਿੱਚ ਇਸ ਤਰ੍ਹਾਂ ਅਭੇਦ ਹੋ ਜਾਂਦਾ ਹੈ, ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਵੱਖ ਨਹੀਂ ਹੁੰਦਾ। ਪਰਮੇਸ਼ਵਰ ਦੀ ਭਗਤੀ ਕਰਨ ਵਾਲਾ ਵੀ ਪਰਮੇਸ਼ਵਰ ਦਾ ਰੂਪ ਹੋ ਜਾਂਦਾ ਹੈ। ਨਾਲ ਅੱਗੇ ਇੱਕ ਬਚਨ ਵਰਤਿਆ, ਤਿਉਂ ਢੁਰ ਮਿਲਿਓ ਜਲਾਹੋਂ। ਢੁਰ ਦਾ ਇੱਥੇ ਅਰਥ ਹੈ ਢਲ ਜਾਣਾ, ਨਰਮ ਪੈ ਜਾਣਾ, ਆਪਾ ਭਾਵ ਗਵਾ ਕੇ। ਕਹਿਣ ਲੱਗੇ ਇਸੇ ਤਰ੍ਹਾਂ ਭਗਤ ਕਬੀਰ, ਜਿਹਨੂੰ ਲੁਕਾਈ ਜੁਲਾਹਾ ਸ਼ਬਦ ਵਰਤਦੀ ਆ, ਉਹ ਆਪਾ ਭਾਵ ਗਵਾ ਕੇ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਹੋ ਗਿਆ। ਮੈਂ ਫਿਰ ਬੇਨਤੀ ਕਰਾਂ, ਭਗਤ ਕਬੀਰ ਸਾਹਿਬ ਦੇ ਨਾ ਜੀ 4 ਸ਼ਲੋਕ ਆਉਂਦੇ ਆ, ਲੜੀਵਾਰ ਨੇ। ਉਸ ਪਰਮੇਸ਼ਵਰ ਵਿੱਚ ਕਿਵੇਂ ਅਭੇਦ ਹੋਇਆ ਜਾ ਸਕੇ,
ਉਹਨਾਂ ਪਹਿਲਾਂ ਚਾਰੋਂ ਸ਼ਲੋਕਾਂ ਵਿੱਚ ਇੱਕ ਇੱਕ ਧਰਮ ਦੀ ਪੌੜੀ ਚੜਾਇਆ ਤੇ ਕਿਵੇਂ ਤੂੰ ਅਪੇਦ ਹੋਵੇਂ। ਪਹਿਲਾ ਬਚਨ ਵਰਤਿਆ, ਕਹਿਣ ਲੱਗੇ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਪਹਿਲਾ ਸ਼ਬਦ ਵਰਤਿਆ, ਤੂੰ ਰਾਹ ਵਿੱਚ ਪਏ ਇੱਕ ਰੋੜੇ ਦੀ ਤਰ੍ਹਾਂ ਬਣ। ਰੋੜੇ ਨੂੰ ਕੋਈ ਰਸਤੇ ਵਿੱਚ ਪਏ ਨੂੰ ਸੱਜੇ ਕਰ ਦੇ, ਖੱਬੇ ਕਰ ਦੇ, ਉਹਦੇ ਅੰਦਰ ਕੋਈ ਗਿਲਾ ਨਹੀਂ। ਕਹਿਣ ਲੱਗੇ ਆਪਣਾ ਅਹੰਕਾਰ ਅੰਦਰੋਂ ਗਵਾ ਦੇ, ਆਪਣੀ ਬਿਰਤੀ ਰੋੜੇ ਦੀ ਤਰ੍ਹਾਂ ਬਣਾ। ਤੈਨੂੰ ਕੋਈ ਚੰਗਾ ਸ਼ਬਦ ਕਹੇ, ਮੰਦਾ ਸ਼ਬਦ ਕਹੇ, ਤੇਰੇ ਤੇ ਪ੍ਰਭਾਵ ਨਾ ਪਾਏ। ਜਦੋਂ ਕੋਈ ਇਸ ਤਰ੍ਹਾਂ ਜੁੜਦਾ ਹੈ ਤੇ ਬਾਬਾ ਜੀ ਨੇ ਕਿਹਾ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ, ਉਹ ਪਰਮੇਸ਼ਵਰ ਨਾਲ ਜੁੜਦਾ ਹੈ। ਫਿਰ ਉਹਨਾਂ ਦੂਸਰਾ ਸ਼ਲੋਕ ਕਿਹਾ ਨਾਲ ਹੀ, ਕਹਿਣ ਲੱਗੇ ਨਹੀਂ ਰੋੜਾ ਠੀਕ ਨਹੀਂ। ਰੋੜਾ ਰਸਤੇ ਵਿੱਚ ਪਏ ਜਾਂਦੇ ਲੋਕਾਂ ਦੇ ਪੈਰ ਵਿੱਚ ਠੇਡਾ ਵੱਜਦਾ ਹੈ, ਦੁੱਖ ਦਿੰਦਾ ਹੈ। ਤੂੰ ਆਪਣਾ ਜੀਵਨ ਮਿੱਟੀ ਵਰਗਾ ਬਣਾ। ਮਿੱਟੀ ਕਦੀ ਕਿਸੇ ਨੂੰ ਧੂੜ, ਕਦੀ ਕਿਸੇ ਨੂੰ ਠੇਡਾ ਨਹੀਂ ਮਾਰਦੀ। ਸ਼ਬਦ ਵਰਤਿਆ, ਕਹਿਣ ਲੱਗੇ ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਕਹਿਣ ਲੱਗੇ ਆਪਣੇ ਆਪ ਦੀ ਬਿਰਤੀ ਇੱਕ ਮਿੱਟੀ ਵਾਲੀ ਬਣਾ। ਮਿੱਟੀ ਕਿਸੇ ਨੂੰ ਠੇਡਾ ਨਹੀਂ ਮਾਰਦੀ, ਦੁੱਖ ਨਹੀਂ ਦਿੰਦੀ। ਤੇ ਜੇ ਤੂੰ ਆਪਣਾ ਸੁਭਾਅ ਇੱਕ ਮਿੱਟੀ ਦੀ ਤਰ੍ਹਾਂ ਬਣਾਏਗਾ, ਧੂੜ ਦੀ ਤਰ੍ਹਾਂ ਬਣਾਏਗਾ, ਤੂੰ ਪਰਮੇਸ਼ਵਰ ਵਿੱਚ ਅਭੇਦ ਹੋ ਜਾਏਗਾ। ਕਿਉਂਕਿ ਬਾਣੀ ਵਿੱਚ ਬਾਬੇ ਫਰੀਦ ਸਾਹਿਬ ਨੇ ਵੀ ਕਿਹਾ, ਕਹਿਣ ਲੱਗੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੁਇਆ ਉੱਪਰ ਹੋਏ। ਖਾਕ ਕਦੀ ਨਾ ਨਿੰਦ, ਬੰਦੇ ਤੈਨੂੰ ਇਹ ਜਿਉਂਦੇ ਜਾਗਦੇ ਪੈਰਾਂ ਥੱਲੇ ਰਹਿੰਦੀ ਆ, ਪਰਤ ਕੇ ਜਦੋਂ ਕਿਤੇ ਚੜ੍ਹਾਈ ਕਰਦੇ ਤੈਨੂੰ ਉੱਪਰ ਆ ਕੇ ਤੇਰੀ ਪੱਤ ਵੀ ਢੱਕਦੀ ਆ। ਕਦੀ ਬਾਣੀ ਵਿੱਚ ਇਹਨੂੰ ਕਿਹਾ ਮਾਤਾ ਧਰਤ ਮਹਤ, ਧਰਤੀ ਇੱਕ ਵੱਡੀ ਮਾਂ ਹੈ ਜਿੱਥੇ ਇਹ ਰਿਜ਼ਕ ਦਿੰਦੀ ਆ, ਮਨੁੱਖ ਦਾ ਮਲ ਮੂਤਰ ਸਾਂਭਦੀ ਆ। ਬਾਬੇ ਕਬੀਰ ਸਾਹਿਬ ਨੇ ਕਿਹਾ ਆਪਣੀ ਬਿਰਤੀ ਰੋੜੇ ਵਰਗੀ ਨਹੀਂ, ਤੂੰ ਆਪਣੀ ਬਿਰਤੀ ਮਿੱਟੀ ਵਰਗੀ, ਧੂੜ ਵਰਗੀ ਬਣਾ, ਕਿਉਂਕਿ ਉਹ ਕਿਸੇ ਨੂੰ ਦੁੱਖ ਨਹੀਂ ਦਿੰਦੀ। ਫਿਰ ਤੀਸਰਾ ਬਚਨ ਆਪ ਹੀ ਫਿਰ ਕਹਿ ਦਿੱਤਾ, ਕਹਿਣ ਲੱਗੇ ਕਬੀਰ ਜੇ ਤੂੰ ਕਦੀ ਮਿੱਟੀ ਵੀ ਬਣ ਜਾਏ, ਉਹ ਵੀ ਉੱਡ ਕੇ ਰਾਹਗੀਰਾਂ ਦੇ ਅੰਗਾਂ ਨੂੰ, ਤਨ ਦੇ ਕੱਪੜਿਆਂ ਨੂੰ ਮੈਲਾ ਕਰਦੀ ਆ। ਨਹੀਂ ਤੂੰ ਮਿੱਟੀ ਨਾ ਬਣ। ਵੇਖੋ ਕਿਵੇਂ ਪੌੜੀ ਦਰ ਪੌੜੀ ਚੜਾ ਰਹੇ ਨੇ ਧਰਮ ਦੀ। ਕਹਿਣ ਲੱਗੇ ਕਿੰਨਾ ਚੰਗਾ ਹੋਵੇ ਤੂੰ ਮਿੱਟੀ ਦੀ ਥਾਂ ਪਾਣੀ ਬਣ, ਕਿਉਂਕਿ ਪਾਣੀ ਮੈਲ ਉਤਾਰਦਾ ਤੇ ਹੈ, ਪਾਣੀ ਕਿਸੇ ਨੂੰ ਮੈਲ ਲਾਉਂਦਾ ਨਹੀਂ। ਪਾਣੀ ਸਭ ਦੀ ਪਿਆਸ ਬੁਝਾਉਂਦਾ ਹੈ। ਤੇ ਬਾਬਾ ਸਾਹਿਬ ਨੇ ਤੀਜਾ ਸ਼ਲੋਕ ਵਰਤਿਆ, ਕਹਿਣ ਲੱਗੇ ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਤੂੰ ਆਪਣਾ ਸੁਭਾਅ ਦੇ ਪਰਮੇਸ਼ਵਰ ਵਿੱਚ ਅਭੇਦ ਹੋਣਾ, ਪਾਣੀ ਵਰਗਾ ਬਣਾ। ਵੇਖੋ ਪਾਣੀ ਦੇ ਕੋਲ ਭਾਵੇਂ ਪਸ਼ੂ ਆਵੇ, ਪੰਛੀ ਆਵੇ, ਮਨੁੱਖ ਆਵੇ, ਯਾਦ ਰੱਖੋ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਜਿਹੜਾ ਉਹਨੂੰ ਪੀਂਦੇ ਪਿਆਸ ਬੁਝਾਉਂਦਾ। ਤੇ ਫਿਰ ਆਪ ਹੀ ਤੀਜਾ ਬਚਨ ਕਹਿ ਕੇ ਪਾਣੀ ਬਣ। ਫਿਰ ਕਹਿੰਦੇ ਪਾਣੀ ਵੀ ਠੀਕ ਨਹੀਂ। ਭਗਤ ਕਬੀਰ ਸਾਹਿਬ ਨੂੰ ਪੁੱਛੋ ਕਿਉਂ? ਕਹਿਣ ਲੱਗੇ ਪਾਣੀ ਵੀ ਕਦੀ ਗਰਮ ਹੁੰਦਾ ਹੈ, ਕਦੀ ਠੰਡਾ ਹੁੰਦਾ ਹੈ, ਕਦੀ ਲੋਕਾਂ ਨੂੰ ਗਰਮ ਹੋ ਕੇ ਦੁੱਖ ਦਿੰਦਾ ਹੈ, ਕਦੀ ਠੰਡਾ ਹੋ ਕੇ ਦੁੱਖ ਦਿੰਦਾ ਹੈ। ਤੇ ਪੁੱਛਿਆ ਭਗਤ ਕਬੀਰ ਸਾਹਿਬ, ਪਹਿਲਾ ਰੋੜਾ ਸ਼ਬਦ ਵਰਤਿਆ, ਫਿਰ ਖੇ ਸ਼ਬਦ ਮਿੱਟੀ ਸ਼ਬਦ ਵਰਤਿਆ, ਫਿਰ ਪਾਣੀ ਸ਼ਬਦ ਵਰਤਿਆ। ਤੇ ਜੇ ਮਨੁੱਖ ਦਾ ਜੀਵਨ ਪਾਣੀ ਵਰਗਾ ਨਹੀਂ ਤੇ ਫਿਰ ਕਿਹੋ ਜਿਹਾ ਹੋਵੇ? ਭਗਤ ਕਬੀਰ ਸਾਹਿਬ ਫਿਰ ਚੌਥਾ ਬਚਨ ਵਰਤਦੇ ਆ, ਕਹਿਣ ਲੱਗੇ ਕਬੀਰ ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿਣ ਲੱਗੇ ਰੱਬ ਦੇ ਪਿਆਰ ਵਾਲਾ ਤੇ ਇਹੋ ਜਿਹਾ ਚਾਹੀਦਾ ਹੈ, ਰੱਬ ਨੂੰ ਪ੍ਰੀਤ ਕਰਨ ਵਾਲਾ ਤੇ ਇਹੋ ਜਿਹਾ ਚਾਹੀਦਾ ਹੈ ਜਿਹੋ ਜਿਹਾ ਪਰਮਾਤਮਾ ਉਹਨੂੰ ਜਪ ਜਪ ਕੇ ਉਹਦੇ ਵਿੱਚ ਹੀ ਸਮਾ ਜਾਏ। ਬਾਬਾ ਸਾਹਿਬ ਨੇ ਇੱਥੇ ਜਿਹੜਾ ਬਚਨ ਵਰਤਿਆ, ਕਹਿਣ ਲੱਗੇ ਥੋੜਾ ਜਿਹਾ ਕੋਈ ਆਪਣੇ ਹਿਰਦੇ ਅੰਦਰ ਪਰਮੇਸ਼ਵਰ ਦੀ ਭਗਤੀ ਕਰੇ, ਇਹ ਅਚਰਜ ਬਾਤ ਨਹੀਂ। ਉਹ ਮਨੁੱਖ ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਅਭੇਦ ਹੋ ਜਾਂਦਾ ਹੈ, ਵੱਖ ਕਰਨਾ ਮੁਸ਼ਕਲ ਹੈ। ਭਗਤ ਕਬੀਰ ਸਾਹਿਬ ਕਹਿਣ ਲੱਗੇ ਭਗਤ ਕਬੀਰ ਨੇ ਜਿਹਨੂੰ ਲੁਕਾਈ ਜੁਲਾਹਾ ਸ਼ਬਦ ਵਰਤਦੀ ਆ, ਪਰਮੇਸ਼ਵਰ ਦੀ ਭਗਤੀ ਕਰਕੇ ਉਹਦੇ ਨਾਲ ਪ੍ਰੀਤ ਪਾ ਕੇ ਉਹਦੇ ਵਿੱਚ ਅਭੇਦ ਹੋ ਚੁੱਕੇ ਨੇ। ਭਗਤ ਕਬੀਰ ਸਾਹਿਬ ਦੇ ਮੈਂ ਬਚਨ ਤੁਹਾਨੂੰ ਹੋਰ ਕਹਾਂ, ਭਗਤ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ ਸੀ, ਭਗਤ ਜੀ ਨੂੰ ਕਿਹਾ ਭਗਤ ਜੀ ਲੋਕ ਤੁਹਾਨੂੰ ਨਿੰਦਦੇ ਆ,
ਨਿੰਦਿਆ ਕਰਦੇ ਆ। ਭਗਤ ਕਬੀਰ ਸਾਹਿਬ ਕਹਿਣ ਲੱਗੇ ਕੀ ਹੋਇਆ? ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਲੋਗ ਕੇ ਨਿੰਦੈ ਬਪੜਾ, ਜੈ ਮਨ ਨਾਹੀ ਗਿਆਨ, ਰਾਮ ਕਬੀਰਾ ਰਬ ਰਹੇ ਅਵਰ ਤਜੇ ਸਭ ਕਾਮ। ਲੋਕ ਕੀ ਨਿੰਦਿਆ ਕਰਨਗੇ, ਸਾਚੇ ਕਬੀਰ ਤੇ ਰਾਮ ਇੱਕ ਹੋ ਗਿਆ। ਕਬੀਰ ਪਰਮੇਸ਼ਵਰ ਵਿੱਚ ਅਭੇਦ ਹੋ ਗਿਆ। ਇੱਥੇ ਬਚਨ ਵਰਤਿਆ ਜੋ ਜਲ ਜਲ ਮੈਂ ਪੈਸ ਨਾ ਨਿਕਸੈ, ਜਿਵੇਂ ਪਾਣੀ ਪਾਣੀ ਵਿੱਚ ਰਲ ਜਾਏ ਪਰਤ ਕੇ ਵੱਖ ਨਹੀਂ ਹੁੰਦਾ, ਇਸੇ ਤਰ੍ਹਾਂ ਤਿਉਂ ਢੁਰ ਮਿਲਿਓ ਜਲਾਹੋਂ। ਇਸੇ ਤਰ੍ਹਾਂ ਕਬੀਰ ਨੇ ਆਪਾ ਭਾਵ ਗਵਾ ਕੇ ਕਬੀਰ ਜੁਲਾਹਾ ਪਰਮੇਸ਼ਵਰ ਵਿੱਚ ਅਭੇਦ ਹੋ ਚੁੱਕਾ ਹੈ। ਹਰ ਕੇ ਲੋਗਾ ਮੈਂ ਤਾਉ ਮਤ ਕਾ ਭੂਰਾ। ਰਹਾਉ ਵਾਲੀ ਤੁਕ ਤੋਂ ਪਹਿਲਾਂ ਸ਼ਬਦ ਵਰਤਦੇ ਆ। ਕਹਿਣ ਲੱਗੇ ਹਰ ਕੇ ਲੋਗਾ, ਹੇ ਪ੍ਰਮਾਤਮਾ ਦੇ ਲੋਗੋ, ਮੈਂ ਤੋਂ ਮਤ ਕਾ ਭੂਰਾ। ਭੂਰਾ ਦਾ ਇੱਥੇ ਅਰਥ ਭੋਲਾ। ਕਹਿਣ ਲੱਗੇ ਮੈਂ ਤੇ ਭੋਲਾ ਜਿਹਾ, ਸਿੱਧਾ ਜਿਹਾ, ਮੈਨੂੰ ਕੋਈ ਬਹੁਤੀ ਮਤ ਨਹੀਂ। ਇਹ ਸ਼ਬਦ ਤਾਂ ਕਹਿ ਰਹੇ ਨੇ। ਮੈਂ ਇੱਕ ਬੇਨਤੀ ਪਹਿਲਾਂ ਹੀ ਆਪ ਜੀ ਨੂੰ ਕਹਿ ਦਿਆਂ, ਅੱਗੇ ਸ਼ਬਦ ਆਉਣਗੇ। ਅਸਲ ਵਿੱਚ ਕਾਸ਼ੀ ਤੇ ਮਗਹਰ ਦੋ ਸ਼ਹਿਰ ਨੇ ਜਿਹਦੀ ਗਾਥਾ ਮਾਰ ਅੱਗੇ ਕਹਿਣਗੇ। ਇਹ ਥੋੜਾ ਧਿਆਨ ਨਾਲ ਸੁਣਿਓ। ਕਾਂਸ਼ੀ ਜਿਹਨੂੰ ਬਨਾਰਸ ਜਾਂ ਵਾਰਾਣਸੀ ਵੀ ਕਿਹਾ ਜਾਂਦਾ, ਇਹ ਵੀ ਯੂਪੀ ਵਿੱਚ ਹੈ। ਤੇ ਜਿਹੜਾ ਮਗਹਰ ਹੈ ਇਹ ਯੂਪੀ ਦਾ ਇੱਕ ਬਸਤੀ ਜ਼ਿਲ੍ਹਾ ਪੈਂਦਾ, ਉਹਦੇ ਅੰਦਰ ਇੱਕ ਨਗਰ ਪੈਂਦਾ ਮਗਹਰ। ਲੋਕਾਈ ਦੀ ਇੱਕ ਇਹ ਵਿਉਂਤਬੰਦੀ ਜਾਂ ਇੱਕ ਮਤ ਪ੍ਰਚਲਿਤ ਕੀਤਾ ਹੋਇਆ ਸੀ ਕਿ ਕੋਈ ਬੰਦਾ ਸਾਰੀ ਜ਼ਿੰਦਗੀ ਚੰਗੇ ਕਰਮ ਕਰੇ, ਧਰਮ ਕਮਾਵੇ, ਬੰਦਗੀ ਕਰੇ, ਕਰਮ ਚੰਗੇ ਕਰੇ, ਪਰ ਜੇ ਮਰਨ ਵੇਲੇ ਅੰਤਲਾ ਸਮਾਂ ਮਗਹਰ ਆ ਗਿਆ ਨਾ ਉਹਦਾ, ਉਹ ਬੰਦਾ ਖੋਤੇ ਦੀ ਗਧੇ ਦੀ ਜੂਨ ਵਿੱਚ ਪਏਗਾ। ਤੇ ਜੇ ਕੋਈ ਬੰਦਾ ਚੰਗੇ ਮਾੜੇ ਕਰਮ ਜਿੰਨੇ ਮਰਜ਼ੀ ਕਰੇ, ਭਾਵੇਂ ਕੋਈ ਭੈੜੇ ਕਰਮ ਕਰੇ, ਅੰਤਲਾ ਸਮਾਂ ਉਹਦਾ ਜੇ ਕਾਂਸ਼ੀ ਦੀ ਧਰਤੀ ਤੇ ਆ ਗਿਆ ਤੇ ਉਹ ਬੰਦਾ ਸਵਰਗ ਵਿੱਚ ਚਲਿਆ ਜਾਏਗਾ। ਇਹ ਮਤ ਪ੍ਰਚਲਿਤ ਸੀ। ਤੇ ਭਗਤ ਕਬੀਰ ਸਾਹਿਬ ਜਿਹੜਾ ਇੱਥੇ ਬਚਨ ਕਹਿੰਦੇ ਆ, ਕਹਿਣ ਲੱਗੇ ਹਰ ਕੇ ਲੋਗਾ ਮੈਂ ਤੋਂ ਮਤ ਕਾ ਭੂਰਾ। ਕਹਿਣ ਲੱਗੇ ਮੈਂ ਤੇ ਮਤ ਦਾ ਭੋਲਾ ਜਿਹਾ ਬੰਦਾ, ਸਾਰੀ ਜ਼ਿੰਦਗੀ ਕਾਂਸ਼ੀ ਬਤੀਤ ਕੀਤੀ ਤੇ ਅੰਤਲਾ ਸਮਾਂ ਮਗਹਰ ਵਿੱਚ ਆ ਗਿਆ। ਜੇ ਮੈਂ ਸਿਆਣਾ ਹੁੰਦਾ ਤੁਹਾਡੇ ਮੁਤਾਬਕ, ਉਹਨਾਂ ਦੇ ਮੁਤਾਬਕ, ਫਿਰ ਮੈਂ ਕਾਂਸ਼ੀ ਕਿਉਂ ਛੱਡਦਾ? ਉਹ ਕਹਿਣ ਲੱਗੇ ਮੈਂ ਤੇ ਭੋਲਾ ਜਿਹਾ ਬੰਦਾ, ਮੈਂ ਤੇ ਕਾਂਸ਼ੀ ਵਿੱਚ ਸਾਰੀ ਜ਼ਿੰਦਗੀ ਬਨਾਰਸ ਰਿਹਾ ਤੇ ਕਬੀਰ ਅੰਤ ਵੇਲੇ ਮਗਹਰ ਆ ਗਿਆ, ਮੈਂ ਭੋਲਾ ਜਿਹਾ ਮਨੁੱਖ ਵਾਂ। ਜੋ ਤਨ ਕਾਸੀ ਤਜਹਿ ਕਬੀਰਾ, ਰਮਈਆ ਕਹਾ ਨਿਹੋਰਾ। ਹੁਣ ਇੱਥੇ ਜ਼ਿਕਰ ਕਰ ਦਿੱਤਾ ਜੋ ਤਨ ਕਾਸੀ ਤਜਹਿ ਕਬੀਰਾ। ਜਦੋਂ ਭਗਤ ਕਬੀਰ ਸਾਹਿਬ ਜੀ ਕਾਂਸ਼ੀ ਤਜ ਛੱਡ ਦਿੰਦੇ ਆ, ਕਹਿਣ ਲੱਗੇ ਜੇ ਭਗਤ ਕਬੀਰ ਸਾਹਿਬ ਕਾਂਚੀ ਛੱਡ ਕੇ, ਕਾਂਸੀ ਛੱਡ ਕੇ ਮਗਰ ਆਉਂਦਾ ਤੇ ਫਿਰ ਵਚਨ ਵਰਤਿਆ ਰਮਈਆ ਕਹਾ ਨਿਹੋਰਾ। ਇੱਥੇ ਨਿਹੋਰੇ ਦਾ ਅਰਥ ਹੈ ਪਰਉਪਕਾਰ, ਉਪਕਾਰ, ਰੱਬ ਦੀ ਬਖਸ਼ਿਸ਼। ਕਹਿਣ ਲੱਗੇ ਜੇ ਕਾਂਸ਼ੀ ਕਬੀਰ ਦਾ ਅੰਤਲਾ ਵੇਲਾ ਆਉਂਦਾ, ਲੋਕਾਂ ਕਹਿਣਾ ਸੀ ਇਹਨੇ ਕਰਮ ਚੰਗੇ ਨਹੀਂ ਕੀਤੇ, ਪਰ ਫਿਰ ਵੀ ਕਾਂਸ਼ੀ ਚੜ੍ਹਾਈ ਕਰ ਗਿਆ ਤੇ ਇਹ ਪਰਮੇਸ਼ਵਰ ਦੇ ਦਰ ਪ੍ਰਵਾਨ ਹੋ ਗਿਆ। ਪਰ ਕਹਿਣ ਲੱਗੇ ਨਹੀਂ, ਮੈਂ ਤੇ ਰੱਬ ਦਾ ਸਿਮਰਨ ਕਰਨ ਵਾਲਾ, ਪਰਮੇਸ਼ਵਰ ਦੀ ਭਗਤੀ ਕਰਨ ਵਾਲਾ ਹੈ ਤੇ ਰੱਬ ਦੀ ਬਖਸ਼ਿਸ਼ ਹੈ। ਮੈਂ ਬਖਸ਼ਿਸ਼ ਦਾ ਸਦਕਾ ਮਗਰ ਆ ਗਿਆ, ਪਰ ਮਗਹਰ ਆ ਕੇ ਵੀ ਮੇਰਾ ਭਲਾ ਹੋ ਗਿਆ, ਕਿਉਂਕਿ ਇਹ ਰੱਬ ਦੇ ਨਾਮ ਦਾ ਪਰਉਪਕਾਰ ਹੈ। ਮੇਰੀ ਫਿਰ ਬੇਨਤੀ ਨੂੰ ਥੋੜਾ ਜਿਹਾ ਸੁਣਿਓ। ਵੇਖੋ ਬਾਣੀ ਵਿੱਚ ਇਹ ਬਚਨ ਆਉਂਦਾ ਭਗਤ ਕਬੀਰ ਸਾਹਿਬ ਦਾ ਹੀ। ਕਹਿਣ ਲੱਗੇ ਮਨੋ ਕਠੋਰ ਮਰੈ ਬਨਾਰਸ, ਨਰਕ ਨ ਬਾਂਚਿਆ ਜਾਈ। ਹਰ ਕਾ ਸੰਤ ਮਰੈ ਹਡੰਬੈ, ਸਗਲੀ ਸੈਣ ਤਰਾਈ। ਮਨ ਦਾ ਪਾਪੀ ਬੰਦਾ ਭਾਵੇਂ ਬਨਾਰਸ ਦੀ ਧਰਤੀ ਤੇ ਚੜ੍ਹਾਈ ਕਰ ਜਾਏ, ਇਹ ਤੁਹਾਡਾ ਮਤ ਹੈ ਕਿ ਇੱਥੇ ਮਰਨ ਵਾਲੇ ਦਾ ਭਲਾ ਹੁੰਦਾ ਹੈ। ਪਰ ਭਗਤ ਕਬੀਰ ਸਾਹਿਬ ਕਹਿੰਦੇ ਜੇ ਪਾਪ ਕਰਮ ਕੀਤੇ ਤੇ ਨਰਕਾਂ ਤੋਂ ਬਚੇਗਾ ਨਹੀਂ। ਦੂਸਰਾ ਬਚਨ ਨਾਲ ਹੀ ਵਰਤਿਆ, ਕਹਿਣ ਲੱਗੇ ਹਰ ਕਾ ਸੰਤ ਮਰੈ ਹਡੰਬੈ। ਰੱਬ ਦੇ ਪਿਆਰ ਵਾਲਾ ਭਾਵੇਂ ਮਗਹਰ ਦੀ ਧਰਤੀ ਤੇ ਪ੍ਰਾਣ ਤਿਆਗ ਦੇ, ਇਹ ਤੁਹਾਡਾ ਮਤ ਹੈ। ਇੱਥੇ ਤਿਆਗਣ ਵਾਲਾ ਜੂਨਾ ਵਿੱਚ ਪੈਂਦਾ ਹੈ। ਪਰ ਸੱਚ ਇਹ ਕਹਿਣ ਲੱਗੇ ਸਗਲੀ ਸੈਣ ਤਰਾਈ। ਜਿਹਨੇ ਰੱਬ ਦੇ ਨਾਮ ਨਾਲ ਪ੍ਰੀਤ ਪਾਈਏ ਉਹ ਆਪਣਾ ਤੇ ਭਲਾ ਕਰਦਾ, ਉਹ ਹੋਰਨਾਂ ਦਾ ਵੀ ਭਲਾ ਕਰ ਦਿੰਦਾ।
ਕਿਉਂਕਿ ਇਹ ਨਾਮ ਦੀ ਬਖਸ਼ਿਸ਼ ਹੈ, ਇਹ ਪ੍ਰੀਤ ਦੀ ਗੱਲ ਹੈ। ਮੈਂ ਜ਼ਰੂਰ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਜੀ ਪੜ੍ਹੋ, ਜਿੱਥੇ ਪ੍ਰੀਤ ਆ ਜਾਏ ਨਾ ਰੱਬੀ, ਸਾਚੇ ਵੇ ਬਾਣੀ ਆਖਦੀ ਉੱਥੇ ਰੀਤ ਮਿਟ ਜਾਂਦੀ ਆ। ਹੋਣਗੀਆਂ ਦੁਨਿਆਵੀ ਲੋਕਾਂ ਲਈ, ਜਿੱਥੇ ਰੱਬੀ ਪ੍ਰੀਤ ਹੈ। ਭਗਤ ਭਾਈ ਗੁਰਦਾਸ ਸਾਹਿਬ ਉਹਨਾਂ ਤੇ ਕਈ ਉਦਾਹਰਨਾਂ ਦੇ ਕੇ ਕਿਹਾ, ਕਹਿਣ ਲੱਗੇ ਸਿੱਖ ਦੀ ਪ੍ਰੀਤ ਗੁਰੂ ਨਾਲ ਚਾਹੀਦੀ ਕਿਹੋ ਜੀ ਹੈ। 6 ਉਦਾਹਰਨਾਂ ਇੱਕ ਥਾਂ ਦਿੰਦੇ ਆ, ਕਹਿਣ ਲੱਗੇ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਆ, ਜਿੰਨਾ ਖੁੱਲਾ ਪਾਣੀ ਹੋਵੇ ਮੱਛੀ ਓਨਾ ਹੀ ਪ੍ਰਸੰਨ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਕੋਈ ਗੁਰਸਿੱਖ ਨਾਮ ਜਪਦਾ ਹੈ, ਗੁਰਬਾਣੀ ਨਾਮ ਨਾਲ ਜੁੜਦਾ ਹੈ, ਉਹਦੇ ਅੰਦਰ ਓਨਾ ਹੀ ਰੱਬੀ ਪ੍ਰੀਤ ਪਾ ਕੇ ਮੱਛੀ ਦੀ ਤਰ੍ਹਾਂ ਖੇੜਾ ਆ ਜਾਂਦਾ ਹੈ। ਦੂਸਰਾ ਬਚਨ ਵਰਤਿਆ, ਕਹਿਣ ਲੱਗੇ ਜਿਵੇਂ ਦੀਵੇ ਨਾਲ ਪਤੰਗੇ ਦੀ ਪ੍ਰੀਤ ਹੈ, ਭਾਵੇਂ ਪਤੰਗੇ ਨੂੰ ਪਤਾ ਹੈ ਮੈਂ ਦੀਵੇ ਕੋਲ ਜਾਵਾਂਗਾ ਇਹ ਅੱਗ ਮੈਨੂੰ ਸਾੜ ਦੇਗੀ, ਪਰ ਕਹਿਣ ਲੱਗੇ ਭਾਵੇਂ ਉਹਦੀਆਂ ਅੱਖਾਂ ਸਾਹਮਣੇ ਪਤੰਗੇ ਸੜਦੇ ਆ, ਪਰ ਦੀਵਾ ਜਿਹੜਾ ਪਤੰਗਾ ਹੈ ਉਹ ਫਿਰ ਵੀ ਦੀਵੇ ਵਿੱਚ ਜਾ ਕੇ ਆਪਣਾ ਆਪ ਕੁਰਬਾਨ ਕਰ ਦਿੰਦਾ। ਇਸ ਤਰ੍ਹਾਂ ਪ੍ਰੀਤ ਚਾਹੀਦੀ ਆ। ਤੇ ਤੀਸਰਾ ਬਚਨ ਵਰਤਿਆ, ਜਿਵੇਂ ਕਮਲ ਦੇ ਫੁੱਲ ਤੇ ਭੌਰੇ ਦੀ ਪ੍ਰੀਤ ਹੈ, ਉਹ ਸੁਗੰਧ ਵਿੱਚ ਇੰਨਾ ਕੋ ਲੀਨ ਹੋ ਜਾਂਦਾ ਹੈ, ਭਾਵੇਂ ਉਹ ਕਮਲ ਦਾ ਫੁੱਲ ਪੱਤਿਆਂ ਨੂੰ ਸੰਕੋਚਦਾ ਹੈ, ਵਿੱਚੇ ਭੌਰਾ ਪ੍ਰਾਣ ਤਿਆਗ ਦਿੰਦਾ, ਪਰ ਭੌਰਾ ਕਦੀ ਕਮਲ ਤੋਂ ਮੁੱਖ ਨਹੀਂ ਮੋੜਦਾ ਆਪਣਾ, ਉਹਦੀ ਪ੍ਰੀਤ ਹੈ। ਚੌਥਾ ਬਚਨ ਵਰਤਿਆ, ਆਕਾਸ਼ ਜਿੰਨਾ ਖੁੱਲਾ ਹੋਵੇ ਪੰਛੀ ਓਨਾ ਹੀ ਉੱਡ ਕੇ ਉਡਾਰੀ ਮਾਰ ਕੇ ਪ੍ਰਸੰਨ ਹੈ। ਰੱਬ ਦੇ ਨਾਮ ਵਾਲਾ ਜਿੰਨਾ ਨਾਮ ਜਪੇ ਉਹ ਜਪ ਜਪ ਕੇ ਓਨਾ ਹੀ ਰੱਬੀ ਪ੍ਰੀਤ ਪਾ ਕੇ ਪ੍ਰਸੰਨ ਹੁੰਦਾ ਹੈ। ਪੰਜਵਾਂ ਬਚਨ ਵਰਤਿਆ, ਕਹਿਣ ਲੱਗੇ ਆਕਾਸ਼ ਵਿੱਚ ਬੱਦਲ ਬਣ ਜਾਣ, ਘਟਾ ਘਨ ਘੋਰ ਹੋਵੇ ਤੇ ਮੋਰ ਤੇ ਬਬੀਹੇ ਪਹਿਲਾਂ ਪਾਉਂਦੇ ਆ, ਸੱਚ ਜਾਣੀ ਰੱਬ ਦੇ ਨਾਮ ਦੀ ਗੱਲ ਚੱਲੇ, ਸਤ ਸੰਗਤ ਦੀ ਗੱਲ ਚੱਲੇ, ਪ੍ਰੀਤ ਬਣ ਬੰਦਾ ਰੱਬ ਦਾ ਨਾਮ ਜਪ ਕੇ ਸਤ ਸੰਗਤ ਕਰਕੇ ਅੰਤਰ ਤੌਰ ਤੇ ਪ੍ਰਸੰਨ ਹੋ ਜਾਂਦਾ ਹੈ। ਛੇਵਾਂ ਬਚਨ ਵਰਤਿਆ, ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਕਹਿਣ ਲੱਗੇ ਹਿਰਨ ਨੂੰ ਜਦੋਂ ਕੰਡੇ ਹੇੜੇ ਦੀ ਆਵਾਜ਼ ਸੁਣਦੀ ਆ, ਭਾਵੇਂ ਉਹਨੂੰ ਸ਼ਿਕਾਰੀ ਮੌਤ ਦੇ ਘਾਟ ਉਤਾਰ ਦੇ, ਪਰ ਸਾਚੇ ਦੇ ਕੰਡੇ ਹੇੜੇ ਦੀ ਆਵਾਜ਼ ਹਿਰਨ ਦੇ ਕੰਨ ਵਿੱਚ ਪੈਣ ਦੀ ਦੇਰ ਹੈ, ਉਹ ਇੱਕ ਵਾਰ ਦੌੜ ਕੇ ਕੰਡੇ ਹੇੜੇ ਦੀ ਆਵਾਜ਼ ਵਾਲੇ ਪਾਸੇ ਜਾਂਦਾ ਹੈ। ਇੰਨੇ ਬਚਨ ਕਹਿ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਕਹਿਣ ਲੱਗੇ ਰੱਬ ਦੇ ਪਿਆਰ ਕਰਨ ਵਾਲਾ ਰੱਬ ਦਾ ਸੰਤ, ਰੱਬ ਨੂੰ ਪ੍ਰੀਤ ਕਰਨ ਵਾਲਾ ਰੱਬ ਦਾ ਭਗਤ, ਸੱਚ ਜਾਣੋ ਜਿਵੇਂ ਇਹ ਦੁਨਿਆਵੀ ਤੌਰ ਤੇ ਇਹਨਾਂ ਜੀਵਾਂ ਦੀ ਪ੍ਰੀਤ ਹੈ, ਉਹ ਬਾਰ-ਬਾਰ ਨਾਮ ਜਪ ਕੇ ਪਰਮੇਸ਼ਵਰ ਦੀ ਭਗਤੀ ਕਰਕੇ ਸ਼ਬਦ ਨਾਲ ਜੁੜ ਕੇ ਉਹਦੀ ਕਦੀ ਤ੍ਰਿਸ਼ਨਾ ਮਿਟਦੀ ਨਹੀਂ, ਉਹ ਦਿਨੋਂ ਦਿਨ ਤਾਂਗ ਰੱਬੀ ਨਾਮ ਦੀ ਵੱਧਦੀ ਜਾਂਦੀ ਆ, ਉਹਦੇ ਅੰਦਰ ਪ੍ਰੀਤ ਹੈ। ਭਾਈ ਗੁਰਦਾਸ ਸਾਹਿਬ ਦਾ ਬਚਨ ਹੁੰਦਾ ਹੈ, ਕਹਿਣ ਲੱਗੇ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸੁਵਾਸ ਜੈਸੇ ਤ੍ਰਿਪਤ ਨਾ ਮਦਬ ਕੋ, ਉਡਤ ਆਕਾਸ਼ ਆਸ਼ ਘਟੈ ਨਾ ਬਿਹੰਗ ਕੀ। ਸ਼ਬਦ ਵਰਤਿਆ ਘਟਾ ਕੰਨ ਘੋਰ ਮੋਰ ਚਾਤਰ ਕ੍ਰਿਦੈ ਉਲਾਸ, ਨਾਦ ਬਾਦ ਸੁਨ ਰਤ ਘਟੈ ਨਾ ਕੁਰੰਗ ਕੀ, ਤੈਸੇ ਪ੍ਰੈ ਪ੍ਰੇਮ ਰਸ ਰਸ ਕਰ ਰਸਾਲ ਸੰਤ। ਕਹਿਣ ਲੱਗੇ ਇਸੇ ਤਰ੍ਹਾਂ ਘਟ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਇਹਨੂੰ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ, ਕਹਿਣ ਲੱਗੇ ਜਦੋਂ ਕਿਸੇ ਦੀ ਨਾਮ ਨਾਲ ਪ੍ਰੀਤ ਪਏ, ਗੁਰੂ ਨਾਲ ਪ੍ਰੀਤ ਪਏ, ਆਪ ਜੀ ਗੁਰ ਇਤਿਹਾਸ ਵਿੱਚੋਂ ਪੜ੍ਹੋ, ਗਿਆਨੀ ਅਰਜਨ ਸਿੰਘ ਜੀ ਨੇ ਏਕ ਓਟ ਏਕੋ ਆਧਾਰ ਪੁਸਤਕ ਵਿੱਚ ਜ਼ਿਕਰ ਕੀਤਾ ਹੈ, ਜਦੋਂ ਕੋਈ ਗੁਰੂ ਨੂੰ ਅੰਦਰੋਂ ਚੇਤਾ ਕਰਕੇ ਪ੍ਰੀਤ ਕਰਦਾ ਹੈ ਨਾ, ਆ ਕਲਗੀਧਰ ਜੀ ਦੇ ਦਿਹਾੜੇ ਆ ਰਹੇ ਨੇ, ਅੱਗੇ ਪ੍ਰਕਾਸ਼ ਪੁਰਬ ਵੀ ਆ ਰਿਹਾ ਤੇ ਉਹ ਦਿਨ ਵੀ ਆ ਰਹੇ ਨੇ, ਜਿਨ੍ਹਾਂ ਦਿਨਾਂ ਵਿੱਚ ਬੇਅੰਤ ਸ਼ਹਾਦਤਾਂ ਹੋਣੀਆਂ। ਮੈਂ ਬੇਨਤੀ ਤਾਂ ਕਹਿਣ ਲੱਗਿਆ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਦਿਨ ਦਰਬਾਰ ਸਜਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਜਥਾ ਆਇਆ। ਵੇਖੋ ਗੁਰੂ ਪ੍ਰੀਤ ਕਿਵੇਂ ਜਾਣਦਾ। ਜਥੇ ਦੇ ਅੰਦਰ ਇੱਕ ਨਿੱਕੀ ਜੀ ਉਮਰ ਦੀ ਬੱਚੀ ਉਹ ਜਥੇ ਦੇ ਵਿੱਚ ਸ਼ਾਮਲ ਹੋ ਕੇ ਆਈ। ਉਂਝ ਬਾਹਰੀ ਤੌਰ ਤੇ ਉਹ ਯਤੀਮ ਹੈ, ਉਹਦੇ ਮਾਂ-ਬਾਪ ਕੋਈ ਨਹੀਂ, ਪਰ ਉਹਦੇ ਅੰਦਰ ਇੱਕ ਇੰਨੀ ਪ੍ਰੀਤ ਹੈ, ਅੰਦਰ ਇੰਨੀ ਇੱਕ ਲਾਲਸਾ ਹੈ ਕਿ ਗੁਰੂ ਕਲਗੀਧਰ ਜੀ ਨੂੰ ਜਦੋਂ ਮੈਂ ਨਮਸਕਾਰ ਕਰਾਂ, ਸਤਿਗੁਰੂ ਮੈਨੂੰ ਬੁਲਾ ਕੇ ਕਹਿਣ ਕਿ ਤੂੰ ਮੇਰੀ ਧੀ ਹੈ, ਤੂੰ ਮੇਰੀ ਬੇਟੀ ਹੈ। ਨਿੱਕੀ ਜੀ ਬੱਚੀ ਦੀ ਪ੍ਰੀਤ ਵੇਖੋ। ਇਤਿਹਾਸ ਹੈ ਕਿ ਜਥੇ ਨੇ ਨਮਸਕਾਰ ਕੀਤੀ ਤੇ ਸੰਗਤ ਵਿੱਚ ਬੈਠ ਗਏ।
ਗੁਰੂ ਅੰਤਰਜਾਮੀ ਕਲਗੀਧਰ ਮਹਾਰਾਜ ਆਪਣੇ ਚੌਰ ਬਰਦਾਰ ਸਿੱਖ ਭਾਈ ਆਲਮ ਸਿੰਘ ਨੂੰ ਆਖਦੇ ਆ, ਆਲਮ ਸਿੰਘ ਉਹ ਥੰਮ ਕੋਲ ਬੈਠੀ ਹੋਈ ਬੱਚੀ ਨੂੰ ਉਠਾ ਕੇ ਲੈ ਕੇ ਆਵੋ। ਭਾਈ ਆਲਮ ਸਿੰਘ ਗਿਆ, ਬੜੇ ਪਿਆਰ ਨਾਲ ਉਹਨੇ ਨਿੱਕੜੀ ਜੀ ਬੱਚੀ ਨੂੰ ਥੰਮ ਕੋਲ ਬੈਠੀ ਨੂੰ ਉਠਾਇਆ ਤੇ ਗੁਰੂ ਕਲਗੀਧਰ ਜੀ ਦੇ ਕੋਲ ਜਦੋਂ ਆਈ ਬੱਚੀ, ਮਹਾਰਾਜ ਉਹਦੇ ਸੀਸ ਤੇ ਹੱਥ ਰੱਖਦੇ ਆ। ਕਲਗੀਧਰ ਮਹਾਰਾਜ ਇੱਕ ਬਚਨ ਆਖਦੇ ਆ, ਕਹਿਣ ਲੱਗੇ ਸੰਗਤ ਜੀ ਇਹ ਬੱਚੀ ਦੇ ਅੰਦਰ ਲਾਲਸਾ ਹੈ, ਇਹਦੇ ਅੰਦਰ ਇੱਕ ਪ੍ਰੀਤ ਹੈ, ਤਾਂਗ ਹੈ ਕਿ ਸਤਿਗੁਰੂ ਮੈਨੂੰ ਧੀ ਕਹਿ ਕੇ, ਬੇਟੀ ਕਹਿ ਕੇ ਪੁਕਾਰਨ। ਸਾਡੇ 4 ਪੁੱਤਰ ਨੇ, 4 ਸਾਹਿਬਜ਼ਾਦੇ। ਅੱਜ ਤੋਂ ਬਾਅਦ ਇਹ ਜਿੱਥੇ 4 ਪੁੱਤਰ ਨੇ ਉੱਥੇ ਮਹਾਰਾਜ ਕਹਿਣ ਲੱਗੇ ਇਹ ਬੱਚੀ ਸਾਡੀ ਧੀ ਹੈ, ਸਾਡੀ ਬੇਟੀ ਹੈ। ਮਹਾਰਾਜ ਪੁੱਛਦੇ ਆ ਸੰਗਤ ਅੰਦਰ, ਕਹਿਣ ਲੱਗੇ ਬੇਟਾ ਤੇਰਾ ਨਾਮ ਕੀ ਹੈ? ਉਸ ਬੱਚੀ ਨੇ ਕਿਹਾ ਸਤਿਗੁਰੂ ਮੇਰਾ ਨਾਮ ਹੈ ਬਸੰਤ, ਬੀਬੀ ਬਸੰਤ। ਗੁਰੂ ਕਲਗੀਧਰ ਜੀ ਨੇ ਰਸਨਾ ਤੋਂ ਬਚਨ ਕਿਹਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਵਕਤ ਆਏਗਾ ਤੈਨੂੰ ਸੰਗਤਾਂ ਨਮਸਕਾਰਾਂ ਕਰਨਗੀਆਂ, ਤੂੰ ਨਾਮ ਵਿੱਚ ਇੰਨਾ ਭਿੱਜ ਜਾਏਂਗੀ, ਬੰਦਗੀ ਵਿੱਚ ਇੰਨਾ ਪਰਪੱਕ ਹੋਏਂਗੀ, ਤੈਨੂੰ ਇਤਿਹਾਸ ਦੇ ਪੰਨਿਆਂ ਵਿੱਚ ਬਸੰਤ ਕੌਰ ਕਹਿ ਕੇ ਪੁਕਾਰਿਆ ਜਾਏਗਾ। ਉਸ ਬੱਚੀ ਨੇ ਬਾਅਦ ਵਿੱਚ ਅਮਰ ਦੀ ਦਾਤ ਲਈ, ਬਸੰਤ ਕੌਰ ਉਹਦਾ ਨਾਮ ਰੱਖਿਆ ਗਿਆ। ਮੈਂ ਬੇਨਤੀ ਕਹਿ ਰਿਹਾ, ਪ੍ਰੀਤ ਕੀ ਹੈ ਤੇ ਆਪ ਜੀ ਨੂੰ ਪਤਾ ਹੋਵੇ, ਪੋਹ ਦਾ ਮਹੀਨਾ ਆ ਰਿਹਾ, ਜਿਸ ਦਿਨ ਸਤਿਗੁਰੂ ਆਨੰਦਪੁਰ ਸਾਹਿਬ ਛੱਡਦੇ ਆ, ਮੁਗਲ ਤੇ ਪਹਾੜੀਏ ਕਸਮਾਂ ਖਾਂਦੇ ਆ। ਜਦੋਂ ਸਤਿਗੁਰੂ ਆਨੰਦਪੁਰ ਸਾਹਿਬ ਛੱਡਦੇ ਆ, ਉਦੋਂ ਜਥੇ ਦੇ ਵਿੱਚ ਉਹ ਬੱਚੀ, ਉਹ ਬੀਬੀ ਬਸੰਤ ਕੌਰ ਵੀ ਸਤਿਗੁਰੂ ਦੇ ਨਾਲ ਸੀ। ਇਤਿਹਾਸ ਹੈ ਕਿ ਇੱਕ ਮੁਗਲ ਦੇ ਹੱਥ ਆ ਗਈ ਇਹ ਬੱਚੀ, ਜਥੇ ਵਿੱਚੋਂ ਵਿਛੜੀ, ਕਿਉਂਕਿ ਕਾਲੀ ਬੋਲੀ ਰਾਤ ਸੀ, ਤੇ ਇੱਕ ਮੁਗਲ ਪਾਪੀ ਨੇ ਇਹਨੂੰ ਪਕੜਿਆ, ਆਪਣੇ ਘਰ ਲੈ ਗਿਆ ਤੇ ਉਹ ਆਪਣੀ ਬੇਗਮ ਬਣਾਉਣਾ ਚਾਹੁੰਦਾ ਹੈ। ਇਹਨੇ ਮਨ ਵਿੱਚੋਂ ਅਰਦਾਸ ਕੀਤੀ, ਕਲਗੀਧਰ ਪਾਤਸ਼ਾਹ ਮੈਂ ਕੇਵਲ ਤੇ ਕੇਵਲ ਤੁਹਾਨੂੰ ਪਿਤਾ ਬਣਾਇਆ ਹੈ, ਮੈਂ ਤੁਹਾਡੀ ਧੀ ਵਾਂ, ਕਿਰਪਾ ਕਰੀ ਮੇਰੀ ਪੱਤ ਦੀ ਰਖਵਾਲੀ ਕਰੀ, ਮੈਂ ਆਪਣੀ ਪੱਤ ਨੂੰ ਦਾਗ ਨਹੀਂ ਲੱਗਣ ਦੇਣਾ। ਤੇ ਆਪ ਜੀ ਨੂੰ ਪਤਾ ਹੋਵੇ ਇਹ ਬੱਚੀ ਬਸੰਤ ਕੌਰ, ਜ਼ਾਲਮ ਇਹਨੂੰ ਘਰ ਲੈ ਗਿਆ, ਉਸੇ ਜ਼ਾਲਮ ਦੀ ਤਲਵਾਰ ਖੋ ਕੇ ਪਹਿਲਾਂ ਇਸ ਬੱਚੀ ਨੇ ਉਸ ਜ਼ਾਲਮ ਨੂੰ ਮੌਤ ਦੇ ਘਾਟ ਉਤਾਰਿਆ, ਬਾਅਦ ਵਿੱਚ ਇਸ ਬੀਬੀ ਬਸੰਤ ਕੌਰ ਨੇ ਆਪਣੇ ਪੇਟ ਅੰਦਰ ਤਲਵਾਰ ਮਾਰ ਕੇ, ਕਿਉਂਕਿ ਮੈਂ ਗੁਰੂ ਦੇ ਦਰ ਇੱਜ਼ਤ ਪੱਤ ਮਰਿਆਦਾ ਨਾਲ ਜਾਣਾ, ਆਪਣੇ ਆਪ ਨੂੰ ਸ਼ਹੀਦ ਕਰ ਲਿਆ ਸੀ। ਅੱਜ ਵੀ ਇਤਿਹਾਸ ਵਿੱਚ ਇਹਨੂੰ ਸੰਗਤਾਂ ਨਮਸਕਾਰਾਂ ਕਰਦੀਆਂ ਨੇ। ਬੇਨਤੀ ਮੈਂ ਕਹਿ ਰਿਹਾ, ਜਿਹਦੀ ਪ੍ਰੀਤ ਹੈ, ਭਗਤ ਕਬੀਰ ਸਾਹਿਬ ਜੀ ਨੇ ਇੱਥੇ ਬਚਨ ਵਰਤਿਆ, ਕਹਿਣ ਲੱਗੇ ਮੇਰੀ ਉਸ ਮਾਲਕ ਨਾਲ ਪ੍ਰੀਤ ਬਣ ਗਈ ਆ। ਲੋਕ ਭਾਵੇਂ ਭਗਤ ਕਬੀਰ ਸਾਹਿਬ ਨੂੰ ਭੋਲਾ ਕਹਿੰਦੇ ਆ, ਪਰ ਸੱਚੇ ਵੇ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਹੈ। ਕਬੀਰ ਭਾਵੇਂ ਮਗਹਰ ਦੀ ਧਰਤੀ ਤੇ ਆ ਗਿਆ, ਪਰ ਮਗਹਰ ਦੀ ਧਰਤੀ ਤੇ ਵੀ ਭਲਾ ਹੁੰਦਾ ਹੈ। ਰਹਾਉ ਕਹਿਤ ਕਬੀਰਾ ਸੁਨਹੁ ਰੇ ਲੋਈ, ਭਰਮ ਨਾ ਭੁੱਲੋ ਕੋਈ। ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆ, ਕਹਿਣ ਲੱਗੇ ਹੇ ਲੁਕਾਈ ਸੁਣ ਲੈਣਾ ਕਰੋ, ਤੁਸੀਂ ਇਸ ਤਰ੍ਹਾਂ ਭਰਮ ਦੇ ਵਿੱਚ ਨਾ ਪਇਓ ਜਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ, ਕਿਉਂਕਿ ਇਹਦਾ ਮੁੱਖ ਭਾਵ ਹੈ, ਜਿਵੇਂ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ ਕਿ ਮਗਹਰ ਦੀ ਧਰਤੀ ਤੇ ਮਰਨ ਵਾਲਾ ਜੂਨਾਂ ਵਿੱਚ ਭਟਕਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਤੁਸੀਂ ਭਰਮ ਵਿੱਚ ਨਹੀਂ ਪੈਣਾ ਹੈ। ਕਿਆ ਕਾਸੀ ਕਿਆ ਊਖਰ ਮਗਹਰੋ, ਰਾਮ ਹਿਰਦੈ ਜਾਓ ਹੋਈ। ਹੁਣ ਇੱਥੇ ਸ਼ਬਦ ਦਾ ਅਖੀਰ ਤੇ ਕਹਿ ਦਿੱਤਾ, ਕਹਿਣ ਲੱਗੇ ਕਿਆ ਕਾਸ਼ੀ, ਕੀ ਕਾਂਸ਼ੀ, ਕਿਆ ਊਖਰ ਮਗਹਰ। ਊਖਰ ਜਿਹੜਾ ਸ਼ਬਦ ਆਇਆ ਇਹਦਾ ਅੱਖਰੀ ਅਰਥ ਹੈ ਕੱਲਰ ਧਰਤੀ, ਤੇ ਕੱਲਰ ਧਰਤੀ ਉਹਨੂੰ ਕਿਹਾ ਜਾਂਦਾ ਹੈ ਜਿਹੜੀ ਕੰਕਰੀਟ ਵਾਲੀ, ਪੱਥਰ ਵਾਲੀ, ਸੋਰੇ ਵਾਲੀ ਹੋਵੇ, ਜਿਹਦੇ ਤੇ ਬੀਜ ਪਾਓ, ਬੀਜ ਗਲ ਤੇ ਜਾਂਦਾ, ਕਦੀ ਉਗਦਾ ਨਹੀਂ, ਉਹਨੂੰ ਕੱਲਰ ਕਿਹਾ ਜਾਂਦਾ। ਤੇ ਮਗਹਰ ਦੀ ਧਰਤੀ ਨੂੰ ਕਲਰਾਚੀ, ਕੱਲਰ ਵਾਲੀ ਧਰਤੀ ਕਿਹਾ ਜਾਂਦਾ। ਬਾਬਾ ਸਾਹਿਬ ਕਹਿੰਦੇ ਆ ਕਿਆ ਕਾਸ਼ੀ ਕਿਆ ਊਖਰ ਮਗਹਰ, ਕਹਿਣ ਲੱਗੇ ਕੀ ਕਾਂਸ਼ੀ ਤੇ ਕੀ ਮਗਹਰ। ਸੱਚ ਇਹ ਹੈ ਰਾਮ ਹਿਰਦੈ ਜੋ ਹੋਈ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ
ਤੇ ਨਾਮ ਦੀ ਬਦੌਲਤ ਉਹਦਾ ਭਲਾ ਹੁੰਦਾ ਹੈ, ਉਹ ਆਪਣੇ ਮਨੁੱਖੇ ਜਨਮ ਜੀਵਨ ਨੂੰ ਸਵਾਰ ਜਾਂਦਾ ਹੈ। ਨਾਮ ਦੀ ਬਦੌਲਤ ਕਿਰਪਾ ਵਰਤਦੀ ਏ। ਇਸ ਤਰ੍ਹਾਂ ਦੀਆਂ ਕਹਾਵਤਾਂ ਮਨਾਉਣ ਨਾਲ ਕੁਝ ਨਹੀਂ ਹੁੰਦਾ। ਕਿਰਪਾ ਨਾਮ ਨਾਲ ਵਰਤਦੀ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋ। ਸਤਿਗੁਰੂ ਨੇ, ਤੁਸੀਂ ਦੂਰ ਨਾ ਜਾਓ, ਕਲਗੀਧਰ ਮਹਾਰਾਜ ਨੇ ਇੱਕ ਦਿਨ ਦਰਬਾਰ ਵਿੱਚ ਪੁੱਛਿਆ ਸੀ, ਕਹਿਣ ਲੱਗੇ ਸਿੱਖਾਂ ਨੂੰ ਆਖਦੇ ਆ ਭਗਤ ਕਬੀਰ ਸਾਹਿਬ ਦੇ ਵੇਲੇ ਬਾਦਸ਼ਾਹ ਕੌਣ ਸੀ? ਤੇ ਸਿੱਖਾਂ ਨੇ ਵੱਖਰੇ ਵੱਖਰੇ ਨਾਮ ਲਏ। ਤੇ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਆ, ਕਹਿਣ ਲੱਗੇ ਠੀਕ ਹੈ, ਬਾਦਸ਼ਾਹ ਤੇ ਸਿਕੰਦਰ ਲੋਧੀ ਸੀ ਭਗਤ ਕਬੀਰ ਸਾਹਿਬ ਵੇਲੇ, ਪਰ ਉਹਨੂੰ ਤੇ ਕੋਈ ਯਾਦ ਨਹੀਂ ਕਰਦਾ। ਉਹਦੇ ਕੋਲ ਇੰਨਾ ਰਾਜ ਭਾਗ ਲਾਓ, ਲਸ਼ਕਰ ਫੌਜਾਂ ਬਹੁਤ ਕੁਛ ਸੀ। ਕਹਿਣ ਲੱਗੇ ਸਤਿਗੁਰੂ ਹਾਂ ਕੋਈ ਨਹੀਂ ਚੇਤਾ ਕਰਦਾ। ਮਹਾਰਾਜ ਕਲਗੀਧਰ ਕਹਿੰਦੇ ਗੁਰੂ ਸਭ ਕਹਿੰਦੇ, ਕਹਿਣ ਲੱਗੇ ਭਗਤ ਕਬੀਰ ਸਾਹਿਬ ਕੋਲ ਤੇ ਤਨ ਤੇ ਕੱਪੜਾ ਵੀ ਸਾਧ ਮੁਰਾਦਾ ਹੈ, ਸਿਰ ਤੇ ਛੱਤ ਵੀ ਸਾਧ ਮੁਰਾਦੀ ਸੀ, ਤੇ ਛਕਣ ਛਕਾਉਣ ਵਾਸਤੇ ਪਦਾਰਥ ਵੀ ਸਾਧ ਮੁਰਾਦੇ ਸਨ। ਪਰ ਭਗਤ ਕਬੀਰ ਸਾਹਿਬ ਨੂੰ ਦੁਨੀਆ ਲੁਕਾਈ ਨਮਸਕਾਰ ਕਰਦੀ ਹੈ। ਇਹ ਤਾਂ ਕਰਕੇ ਕਿਉਂਕਿ ਭਗਤ ਕਬੀਰ ਸਾਹਿਬ ਨੇ ਰੱਬੀ ਬੰਦਗੀ ਕੀਤੀ ਆ। ਮਹਾਰਾਜ ਕਹਿੰਦੇ ਨਾਮ ਦੀ ਵਡਿਆਈ ਹੈ। ਇੱਥੇ ਇਹੀ ਬਚਨ ਵਰਤਿਆ, ਕਹਿਣ ਲੱਗੇ ਜਿਹਦੇ ਹਿਰਦੇ ਅੰਦਰ ਨਾਮ ਹੈ ਉੱਥੇ ਕਾਂਸੀ ਤੇ ਮਗਹਰ ਦਾ ਕੋਈ ਸਵਾਲ ਨਹੀਂ। ਮਨੁੱਖਾ ਜਨਮ ਸਫਲ ਹੀ ਉਹਦਾ ਹੁੰਦਾ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ, ਮਹਾਰਾਜ ਨੇ 4 ਉਦਾਹਰਨਾਂ ਦਿੱਤੀਆਂ। ਸਤਿਗੁਰੂ ਕਹਿੰਦੇ ਆ ਜਿਹੜਾ ਪਸ਼ੂ ਦੁੱਧ ਨਾ ਦੇ, ਦੁੱਧ ਤੋਂ ਬਿਨਾਂ ਪਸ਼ੂ ਕਿਸੇ ਕੰਮ ਦਾ ਨਹੀਂ। ਦੂਸਰਾ ਬਚਨ ਵਰਤਿਆ, ਕਹਿਣ ਲੱਗੇ ਜਿਸ ਪੰਛੀ ਦੇ ਖੰਭ ਪੁੱਟ ਦਿਓ, ਖੰਭਾਂ ਤੋਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ। ਤੀਸਰਾ ਬਚਨ ਵਰਤਿਆ, ਜਿਸ ਬਾਦਸ਼ਾਹ ਨੂੰ ਕੋਈ ਸਲਾਮ ਨਾ ਕਰੇ ਉਹ ਬਾਦਸ਼ਾਹ ਕਿਸ ਕੰਮ, ਉਹਨੂੰ ਉਹ ਕਾਹਦਾ ਬਾਦਸ਼ਾਹ ਜਿਹਨੂੰ ਕੋਈ ਸਲਾਮ ਨਾ ਕਰੇ। ਚੌਥਾ ਬਚਨ ਵਰਤਿਆ, ਜਿਸ ਫਸਲ ਨੂੰ ਪਾਣੀ ਨਾ ਲੱਗੇ, ਪਾਣੀ ਤੋਂ ਬਿਨਾਂ ਫਸਲ ਸੁੱਕ ਜਾਂਦੀ ਕਿਸੇ ਕੰਮ ਦੀ ਨਹੀਂ। ਤੇ 4 ਬਚਨ ਕਹਿ ਕੇ 5ਵਾਂ ਸ਼ਬਦ ਪਤਾ ਕੀ ਵਰਤਿਆ, ਕਹਿਣ ਲੱਗੇ ਦੁੱਧ ਤੋਂ ਬਿਨਾਂ ਪਸ਼ੂ ਕੰਮ ਦਾ ਨਹੀਂ, ਖੰਭਾਂ ਤੋਂ ਬਿਨਾਂ ਪੰਛੀ ਕੰਮ ਦਾ ਨਹੀਂ, ਪਾਣੀ ਤੋਂ ਬਿਨਾਂ ਫਸਲ ਕੰਮ ਦੀ ਨਹੀਂ। ਉਹ ਬਾਦਸ਼ਾਹ ਕਾਹਦਾ ਜਿਹਨੂੰ ਕੋਈ ਸਲਾਮ ਨਾ ਕਰੇ, ਕਹਿਣ ਲੱਗੇ ਉਹ ਬੰਦਾ ਕਾਹਦਾ ਜਿਸ ਬੰਦੇ ਦੇ ਹਿਰਦੇ ਵਿੱਚ ਪਰਮਾਤਮਾ ਦੀ ਬੰਦਗੀ ਤੇ ਨਾਮ ਨਹੀਂ। ਸ਼ਬਦ ਵਰਤਿਆ ਮਹਾਰਾਜ ਨੇ, ਕਹਿਣ ਲੱਗੇ ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ, ਕਿਆ ਸਲਾਮ ਸੁਲਤਾਨ ਬਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਇਹ ਹਿਰਦੇ ਦੀ ਕਾਲ ਕੋਠੜੀ ਕਿਸੇ ਕੰਮ ਦੀ ਨਹੀਂ। ਬਾਬਾ ਸਾਹਿਬ ਨੇ ਅੱਜ ਦੇ ਹੁਕਮ ਵਿੱਚ ਕਿਹਾ, ਕਹਿਣ ਲੱਗੇ ਮਗਹਰ ਕਾਸ਼ੀ ਦਾ ਕੋਈ ਭਾਵ ਨਹੀਂ, ਸਾਚੇ ਵੀ ਹਿਰਦੇ ਵਿੱਚ ਨਾਮ ਹੋਵੇ ਉਹ ਪਰਮੇਸ਼ਵਰ ਦੇ ਦਰ ਪ੍ਰਵਾਨ ਹੋ ਜਾਂਦਾ ਹੈ। ਜਪਜੀ ਸਾਹਿਬ ਵਿੱਚ ਆਪ ਜੀ ਨਿਤ ਪੜ੍ਹਦੇ ਹੋ, ਮਹਾਰਾਜ ਨੇ ਕਿਹਾ ਸੀ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਇਹਦੇ ਅਰਥ ਕੀ ਨੇ? ਪੰਚ ਦਾ ਇੱਥੇ ਆਖਰੀ ਅਰਥ ਹੈ ਗੁਰਮੁਖ ਜਨ, ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ, ਰੱਬੀ ਬੰਦਗੀ ਕਰਨ ਵਾਲੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਪੰਚ ਜਨ ਨੇ, ਗੁਰਮੁਖ ਜਨ ਨੇ, ਪੰਚ ਪ੍ਰਵਾਨ, ਉਹ ਪਰਮੇਸ਼ਵਰ ਦੇ ਦਰ ਪ੍ਰਵਾਨ ਹੋ ਜਾਂਦੇ ਆ। ਪੰਚ ਪ੍ਰਧਾਨ, ਉਹ ਪਰਮੇਸ਼ਵਰ ਦੇ ਦਰ ਪ੍ਰਧਾਨ ਹੋ ਜਾਂਦੇ ਆ। ਪੰਚੇ ਪਾਵੇ ਦਰਗਹਿ ਮਾਨ, ਉਹਨਾਂ ਨੂੰ ਰੱਬੀ ਦਰਗਾਹ ਵਿੱਚ ਮਾਣ ਮਿਲਦਾ ਹੈ। ਪੰਚੇ ਸੋਹੇ ਦਰ ਰਾਜਾਨ, ਉਹ ਪਰਮੇਸ਼ਵਰ ਦੇ ਦਰ ਤੇ ਸ਼ੋਭਾ ਪਾਉਂਦੇ ਆ। ਤਾਂ ਕਰਕੇ ਪਾਉਂਦੇ ਆ ਕਿਉਂਕਿ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦਾ ਧਿਆਨ ਇੱਕ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ ਹੈ। ਮਹਾਰਾਜ ਕਹਿੰਦੇ ਗੱਲ ਪਰਮੇਸ਼ਵਰ ਦੇ ਨਾਮ ਦੀ ਹੈ। ਜਿਹਦੇ ਹਿਰਦੇ ਵਿੱਚ ਨਾਮ ਹੈ ਉਹਦਾ ਭਲਾ ਹੁੰਦਾ ਹੈ। ਆਓ ਲੜੀਵਾਰ ਜੋ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਆਪਾਂ ਵਿਚਾਰਦੇ ਹਾਂ, ਇਥੋਂ 941 ਅੰਗ ਤੇ ਸਿੱਧ ਗੋਸ਼ਟ ਦੀ ਪਵਿੱਤਰ ਵਿਚਾਰ ਚੱਲ ਰਹੀ ਆ, ਜਿਹਦੀਆਂ ਹੁਣ ਤੱਕ 26 ਪੌੜੀਆਂ ਵਿਚਾਰੀਆਂ ਜਾ ਚੁੱਕੀਆਂ। ਅਗਲਾ ਪਾਠ ਆਪ ਜੀ ਇਕਾਗਰਤਾ ਨਾਲ ਸ਼ਰਵਨ ਕਰੋ ਜੀ। ਗੁਰਮੁਖ ਸਾਚੇ ਕਾ ਭਾਉ ਪਾਵੈ। ਮਹਾਰਾਜ ਗੁਰੂ ਨਾਨਕ ਸਾਹਿਬ ਜੋਗੀਆਂ ਨਾਲ ਵਿਚਾਰ ਕਰਦਿਆਂ ਤੇ ਜੋਗੀਆਂ ਨੂੰ ਆਖਰੇ ਨੇ ਕਹਿਣ ਲੱਗੇ, ਭਾਈ ਜੋਗੀ ਸੱਚ ਇਹ ਹੈ ਜਿਹਨੇ ਆਪਣਾ ਮੁਖ ਗੁਰੂ ਵਾਲੇ ਪਾਸੇ ਕਰ ਲਿਆ, ਗੁਰਮੁਖ, ਗੁਰਮੁਖ ਸਾਚੇ ਕਾ ਭਾਉ ਪਾਵੈ। ਗੁਰਮੁਖ ਦੇ ਅੰਦਰ ਸੱਚੇ ਪਰਮਾਤਮਾ ਵਾਹਿਗੁਰੂ ਦਾ ਭੈ, ਉਹਦਾ ਅਦਬ ਆ ਜਾਂਦਾ ਹੈ, ਉਹ ਉਹਦੇ ਭਾਉ ਵਿੱਚ ਤੁਰਦਾ ਹੈ। ਬਾਣੀ ਵਿੱਚ ਆਪਾਂ ਬਚਨ ਵੀ ਪੜ੍ਹਦੇ ਹਾਂ,
ਨਿਰਮਲ ਭਉ ਪਾਇਆ, ਹਰ ਗੁਣ ਗਾਇਆ। ਗੁਰੂ ਰਾਮਦਾਸ ਮਹਾਰਾਜ ਜਿਹਦੇ ਅੰਦਰ ਨਿਰਮਲ ਭਉ ਆ ਜਾਏ ਪ੍ਰਮਾਤਮਾ ਦਾ, ਉਹ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਂਦਾ ਹੈ। ਤੇ ਗੁਰਮੁਖੋਂ ਪੈ ਕੇ ਵਜਾ ਚਾਹੀਦਾ ਹੈ। ਇਤਿਹਾਸ ਵਿੱਚ ਜ਼ਿਕਰ ਹੈ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੂਸਰੇ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਹਜੇ ਸੇਵਾ ਵਿੱਚ ਨੇ। ਤੇ ਇੱਕ ਦਿਨ ਸਤਿਗੁਰੂ ਮਹਾਰਾਜ ਗੁਰੂ ਘਰ ਤੋਂ ਕੁਝ ਦੂਰ ਗਏ ਸੈਰ ਕਰਨ, ਤੇ ਜਦੋਂ ਵਾਪਸੀ ਤੇ ਆ ਰਹੇ ਨੇ, ਸ਼ਾਮਾਂ ਢਲ ਗਈਆਂ, ਤੇ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਆਏ, ਤੇ ਨਾਲ ਹੀ ਬਾਬਾ ਅਮਰਦਾਸ ਜੀ ਸਨ ਸੇਵਾ ਵਿੱਚ। ਜਦੋਂ ਵਾਪਸ ਆ ਗਏ, ਦੂਸਰਾ ਦਿਨ ਚੜ੍ਹਿਆ, ਗੁਰੂ ਅੰਗਦ ਸਾਹਿਬ ਜੀ ਦਾ ਦਰਬਾਰ ਸਜਿਆ, ਤੇ ਬਾਬਾ ਅਮਰਦਾਸ ਜੀ ਨਾ ਜੀ ਹਜੇ ਸੇਵਾ ਵਿੱਚ ਨੇ, ਤੇ ਉਹਨਾਂ ਨੇ ਆਪਣੀ ਬਾਹ ਨੂੰ ਬੰਨਿਆ ਹੋਇਆ, ਗਲ ਵਿੱਚ ਦੀ ਪਾ ਕੇ ਨਾ ਪਰਨਾ ਬੰਨਿਆ ਹੋਇਆ ਆਪਣੀ ਬਾਹ ਨੂੰ, ਤੇ ਸਤਿਗੁਰੂ ਦੇ ਦਰਬਾਰ ਵਿੱਚ ਗਏ। ਗੁਰੂ ਅੰਗਦ ਸਾਹਿਬ ਆਖਦੇ ਆ, ਕਹਿਣ ਲੱਗੇ, ਪੁਰਖਾ, ਮਹਾਰਾਜ ਨੇ ਸ਼ਬਦ ਵਰਤਦੇ ਸਨ, ਪੁਰਖਾ, ਕਹਿਣ ਲੱਗੇ ਤੇਰੀ ਬਾਹ ਨੂੰ ਸੱਟ ਲੱਗ ਗਈ? ਬਾਬਾ ਅਮਰਦਾਸ ਜੀ ਨੂੰ ਪੁੱਛਿਆ, ਇਹਨੂੰ ਬੰਨਿਆ ਹੈ? ਅੱਗੋਂ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਨੇ ਕਿਹਾ, ਕਹਿਣ ਲੱਗੇ, ਹਾਂ ਸਤਿਗੁਰੂ, ਕੱਲ ਸ਼ਾਮੀ ਤੁਹਾਡੇ ਨਾਲ ਤੁਰਦਿਆਂ, ਕੱਲ ਸ਼ਾਮੀ ਤੁਹਾਡੇ ਨਾਲ ਤੁਰਦਿਆਂ ਇਹ ਬਾਹ ਅੱਗੇ ਨਿਕਲ ਗਈ ਸੀ, ਮੇਰੇ ਮਨ ਵਿੱਚ ਆ ਗਿਆ, ਉਹ ਮਨਾ, ਅੱਜ ਤੁਰਦਿਆਂ ਗੁਰੂ ਤੋਂ ਤਨ ਦਾ ਇੱਕ ਅੰਗ, ਇੱਕ ਬਾਹ ਅੱਗੇ ਨਿਕਲੀ ਹੈ, ਕਦੀ ਇਹ ਨਾ ਹੋਵੇ ਕੱਲ ਨੂੰ ਗੁਰੂ ਦਾ ਭੈ ਮਿਟਾ ਕੇ ਤੇਰਾ ਮਨ ਹੀ ਅੱਗੇ ਨਿਕਲ ਜਾਏ। ਇਹਨੂੰ ਕਿਹਾ ਜਾਂਦਾ ਗੁਰੂ ਦਾ ਭੈ। ਇੱਥੇ ਮਹਾਰਾਜ ਕਹਿ ਰਹੇ ਨੇ, ਕਹਿਣ ਲੱਗੇ, ਗੁਰਮੁਖ ਸਾਚੇ ਕਾ ਭਉ ਪਾਵੈ। ਗੁਰਮੁਖ ਹੈ ਜਿਹਦਾ ਮੁਖ ਗੁਰੂ ਵਾਲੇ ਪਾਸੇ ਹੈ, ਉਹ ਤੇ ਆਪਣੇ ਤਨ ਦੀ ਕਿਰਿਆ ਕਦੀ ਗੁਰੂ ਤੋਂ ਬਾਹਰ ਨਹੀਂ ਕਰਦਾ, ਭਾਵ ਆਪਣੇ ਤਨ ਦਾ ਇੱਕ ਇੱਕ ਇੰਦਰਾ ਗੁਰੂ ਚਰਨਾਂ ਵਿੱਚ ਜੋੜਦਾ ਹੈ। ਉਹ ਆਪਣਾ ਮਨ ਕਦੀ ਗੁਰੂ ਤੋਂ ਅੱਗੇ ਨਹੀਂ ਕਰਦਾ, ਗੁਰੂ ਦੇ ਭੈ ਵਿੱਚ ਤੁਰਦਾ ਹੈ। ਗੁਰਮੁਖ ਬਾਣੀ ਅਘੜ ਕਢਾਵੈ। ਹੁਣ ਇੱਥੇ ਬਚਨ ਆਇਆ, ਗੁਰਮੁਖ ਬਾਣੀ ਅਘੜ ਕਢਾਵੈ। ਕਹਿਣ ਲੱਗੇ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਅਘੜ ਕਢਾਵੈ ਦਾ ਅਰਥ ਹੈ ਨਾ ਘੜੀ ਹੋਈ ਮਤ, ਵਿਕਾਰਾਂ ਵਾਲੀ ਮਤ, ਵਿਸ਼ਿਆਂ ਵਾਲੀ ਮਤ। ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ ਹੈ ਤੇ ਗੁਰੂ ਅਘੜ ਮਤ ਨੂੰ ਘੜ ਦਿੰਦਾ ਹੈ, ਗੁਰੂ ਉਸ ਮਤ ਦਾ ਭਲਾ ਕਰ ਦਿੰਦਾ ਹੈ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਦਾ, ਉਹਨਾਂ ਇੱਕ ਸ਼ਬਦ ਵਰਤਿਆ, ਕਹਿਣ ਲੱਗੇ, ਇੱਕ ਮਤ ਮੇਰੇ ਕੋਲ ਪਹਿਲਾਂ ਸੀ, ਉਹ ਕੁਰੂਪ ਸੀ, ਉਹਦੇ ਭੈੜੇ ਲੱਛਣ ਸਨ, ਉਹਦੀ ਕਿਸਮ ਚੰਗੀ ਨਹੀਂ ਸੀ, ਪਰ ਕਹਿਣ ਲੱਗੇ ਮੈਂ ਗੁਰੂ ਕੋਲ ਗਿਆ ਤੇ ਗੁਰੂ ਕੋਲ ਪਹਿਲਾਂ ਵਾਲੀ ਮਤ ਦਾ ਭਾਂਡਾ ਦਿੱਤਾ ਉਲਟਾ, ਜਿਹੜੀ ਕੁਰੂਪ, ਕੁਜਾਤ ਤੇ ਕੁਲੱਖਣੀ ਸੀ। ਮੈਨੂੰ ਮੇਰੇ ਮੁਰਸ਼ਿਦ ਨੇ ਇੱਕ ਮਤ ਦਿੱਤੀ ਜਿਹੜੀ ਸਰੂਪ ਹੈ, ਸੁਜਾਨ ਹੈ, ਜਿਹੜੀ ਸੁਲੱਖਣੀ ਹੈ, ਜਿਹਦੇ ਲੱਛਣ ਚੰਗੇ ਨੇ। ਤੇ ਮੈਂ ਅਰਦਾਸ ਕਰਦੇ ਪ੍ਰਮਾਤਮਾ ਅੱਗੇ, ਮਾਲਕਾ ਚੰਗਾ ਹੋਇਆ ਮੇਰੀ ਪਹਿਲਾਂ ਵਾਲੀ ਪਾਪਾਂ ਵਾਲੀ ਮਤ, ਵਿਕਾਰਾਂ ਵਾਲੀ ਮਤ ਵਿਨਸ ਗਈ, ਜਿਹੜੀ ਮਤ ਮੇਰੇ ਅੰਦਰ ਹੁਣ ਆ ਗਈ, ਇਹ ਜੁਗ ਜੁਗ ਮੇਰੇ ਅੰਦਰ ਟਿਕ ਜਾਏ। ਇਹ ਸ਼ਬਦ ਆਉਂਦੇ ਬਾਣੀ ਅੰਦਰ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ, ਜਿਹਨੇ ਮੈਨੂੰ ਰੱਬ ਦੇ ਘਰ ਬੁਰਿਆਂ ਪਾਉਣਾ ਸੀ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੁਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਕਿਉਂਕਿ ਗੁਰੂ ਕੋਲ ਜਦੋਂ ਕੋਈ ਆਉਂਦਾ ਹੈ ਨਾ, ਸਾਚੇ ਵੇ ਗੁਰੂ ਅਘੜ ਭੈੜੀ ਮਤ ਨੂੰ ਘੜ ਕੇ ਗੁਰੂ ਪਵਿੱਤਰ ਕਰ ਦਿੰਦਾ ਹੈ। ਗੁਰਮੁਖੋ ਇਤਿਹਾਸ ਵਿੱਚੋਂ ਪੜ੍ਹੋ, ਜਿਨ੍ਹਾਂ ਨੇ ਵੀ ਗੁਰੂ ਦੀ ਸ਼ਰਨ ਲਈ, ਕੌਡਾ ਰਾਖਸ਼ ਗੁਰੂ ਚਰਨਾਂ ਵਿੱਚ ਆਇਆ, ਮਹਾਰਾਜ ਨੇ ਕੌਡੇ ਨੂੰ ਗੁਰਮੁਖ ਬਣਾ ਦਿੱਤਾ। ਮਾਰੇ ਕੋਲ ਸੱਜਣ ਠੱਗ ਆਇਆ, ਇੱਕ ਬਚਨ ਕਿਹਾ, ਸੱਜਣ ਪੁਰਖ ਬਣਾ ਦਿੱਤਾ। ਭੂਮੀਆਂ ਚੋਰ ਆਇਆ, ਭੂਮੀਆਂ ਸਾਧ ਬਣਾ ਦਿੱਤਾ। ਗੁਰੂ ਜਦੋਂ ਬਖਸ਼ਿਸ਼ ਕਰਦਾ ਹੈ, ਆ ਗਿਆਨੀ ਤਰਲੋਚਨ ਸਿੰਘ ਭਮਦੀ, ਉਹਨਾਂ ਇੱਕ ਪੁਸਤਕ ਵਿੱਚ ਦਾਸਤਨ ਸਿੱਖ ਸਲਤਨਤ ਵਿੱਚ ਜ਼ਿਕਰ ਕੀਤਾ ਹੈ। ਕਹਿਣ ਲੱਗੇ, ਮਾਧੋ ਦਾਸ ਜਿਸ ਦਿਨ ਗੁਰੂ ਕਲਗੀਧਰ ਜੀ ਨੂੰ ਮਿਲਦੇ ਨੇ, ਤੇ ਗੁਰੂ ਕਲਗੀਧਰ ਮਹਾਰਾਜ ਗੋਦਾਵਰੀ ਦੇ ਕੰਢੇ ਇੱਕ ਸ਼ਬਦ ਆਖਦੇ ਆ, ਕਹਿਣ ਲੱਗੇ, ਉਹ ਭਲਿਆ ਤੂੰ ਸ਼ਿਕਾਰ ਕਰਦਾ ਸੀ, ਹੱਥ ਵਿੱਚੋਂ ਭਾਵੇਂ ਤੂੰ ਤੀਰ ਕਮਾਨ ਸ਼ਾਸਤਰ ਸੁੱਟ ਦਿੱਤੇ, ਪਰ ਸਾਚੇ ਵਿੱਚ ਤੂੰ ਸ਼ਿਕਾਰ ਕਰਨ ਦੀ ਬਿਰਤੀ ਨਹੀਂ ਤਿਆਗੀ। ਮਾਧੋ ਦਾਸ ਨੂੰ ਸ਼ਬਦ ਵਰਤਿਆ ਮਹਾਰਾਜ ਨੇ। ਕਹਿਣ ਲੱਗੇ, ਪਹਿਲਾਂ ਤੂੰ
ਜੰਗਲ ਵਿੱਚ ਜਾ ਕੇ ਜੀਵਾਂ ਦਾ ਸ਼ਿਕਾਰ ਕਰਦਾ ਸੀ, ਤੇ ਹੁਣ ਤੂੰ ਇੱਥੇ ਜਦੋਂ ਕੋਈ ਤੇਰੇ ਕੋਲ ਆ ਕੇ ਤੇਰੇ ਤਖਤ ਤੇ ਤੇਰੇ ਆਸ਼ਰਮ ਵਿੱਚ ਬਹਿੰਦਾ ਹੈ, ਤੂੰ ਉਹਦਾ ਤਖਤਾ ਉਲਟਾ ਕੇ ਇਸ ਤਰ੍ਹਾਂ ਹੱਸਦਾ ਹੈ ਜਿਵੇਂ ਸ਼ਿਕਾਰੀ ਬੰਦਾ ਸ਼ਿਕਾਰ ਮਾਰ ਕੇ ਹੱਸਦਾ ਹੈ। ਤੂੰ ਬੇਇੱਜ਼ਤ ਕਰਕੇ ਹੱਸਦਾ, ਹੁਣ ਤੂੰ ਬੰਦਿਆਂ ਦਾ ਸ਼ਿਕਾਰ ਕਰਦਾ ਹੈ। ਸਤਿਗੁਰੂ ਨੇ ਇੱਕ ਬਚਨ ਕਿਹਾ ਤੇ ਮਾਧੋ ਦਾਸ ਬੈਰਾਗੀ ਨਾ ਜੀ ਮਹਾਰਾਜ ਦੇ ਚਰਨਾਂ ਤੇ ਸੀਸ ਝੁਕਾ ਦਿੰਦਾ ਹੈ। ਇੱਕ ਸ਼ਬਦ ਦਾ ਬਾਣ ਲੱਗਿਆ, ਮਹਾਰਾਜ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਕਿੱਧਰ ਤੁਰਿਆ ਫਿਰਨਾ, ਆ ਮੈਂ ਤੈਨੂੰ ਦੱਸਾਂ ਜੇ ਸ਼ਿਕਾਰ ਹੀ ਕਰਨਾ, ਉਹ ਪਾਪੀ ਮਨੁੱਖ ਜਿਨ੍ਹਾਂ ਨੇ ਜ਼ੁਲਮਾਂ ਦੀ ਇੰਤਹਾ ਕਰ ਦਿੱਤੀ ਆ, ਦੇਖ ਜਿਨ੍ਹਾਂ ਨੇ ਜ਼ੁਲਮ ਕਰ ਕਰਕੇ ਤੇ ਉਹਨਾਂ ਨੇ ਪਾਪ ਕਰਮ ਕੀਤੇ, ਉਹਨਾਂ ਨੂੰ ਸੋਧਾ ਲਾਈਏ। ਤੇ ਆਪ ਜੀ ਨੂੰ ਪਤਾ ਹੋਵੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਜੁੜ ਕੇ ਮਾਧੋ ਦਾਸ ਬੈਰਾਗੀ ਸਤਿਗੁਰੂ ਦਾ ਬਚਨ ਸੁਣ ਕੇ ਅੰਮ੍ਰਿਤ ਦੀ ਦਾਤ ਲੈ ਕੇ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਬਣਦਾ ਤੇ ਗੁਰੂ ਕਲਗੀਧਰ ਮਹਾਰਾਜ ਨਾਂਦੇੜ ਦੀ ਧਰਤੀ ਤੋਂ 5 ਤੀਰ ਤੇ 5 ਸਿੱਖ ਨਾਲ ਤੋਰਦੇ ਆ, ਬਚਨ ਕਰਕੇ ਤੋਰਦੇ ਆ। ਉਹੀ ਬਾਬਾ ਬੰਦਾ ਸਿੰਘ ਬਹਾਦਰ ਫਿਰ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੰਦਾ। ਮੈਂ ਕਈ ਵਾਰੀ ਅਰਜ਼ ਕਰਨਾ, 3 ਵਾਰੀ ਬੱਚਿਆਂ ਦੀ ਘਟਨਾਵਾਂ ਘਟੀਆਂ। ਇਹ ਮੈਂ ਤਾਂ ਕਿ ਆ ਦਸੰਬਰ ਦਾ ਮਹੀਨਾ ਸੀ, ਆਪ ਜੀ ਨੂੰ ਪਤਾ ਹੋਵੇ ਦਸੰਬਰ ਦੇ ਮਹੀਨੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਆ। 3 ਘਟਨਾਵਾਂ ਉਹਨਾਂ ਦੇ ਜੀਵਨ ਵਿੱਚ ਬੱਚਿਆਂ ਦੀਆਂ ਘਟਨੀਆਂ। ਪਹਿਲੀ ਵਾਰ ਉਹਨੇ ਅੱਖਾਂ ਨਾਲ ਜਦੋਂ ਮਿਰਗੀ ਦਾ ਸ਼ਿਕਾਰ ਕੀਤਾ ਤੇ ਦੇਖਿਆ ਵੀ ਮਿਰਗੀ ਦੇ ਬੱਚੇ ਤੜਫ ਕੇ ਮਰ ਗਏ, ਬੰਦਾ ਬੈਰਾਗੀ ਹੋ ਗਿਆ, ਮਾਧੋ ਦਾਸ ਬਣ ਗਿਆ, ਬੈਰਾਗੀ ਹੋ ਗਿਆ। ਦੂਸਰੀ ਵਾਰ ਜਦੋਂ ਕਲਗੀਧਰ ਜੀ ਤੋਂ ਉਹਨੇ ਸੁਣਿਆ ਕਿ ਵਜ਼ੀਰ ਖਾਂ ਪਾਪੀ ਵਰਗਿਆਂ ਨੇ ਛੋਟੇ ਸਾਹਿਬਜ਼ਾਦੇ ਸਤਿਗੁਰੂ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਹੈ, ਉਹੀ ਬੈਰਾਗੀ ਬੰਦੇ ਦੇ ਅੰਦਰ ਜੋਸ਼ ਭਰ ਗਿਆ, ਰੋਹ ਆ ਗਿਆ। ਤੇ ਤੀਸਰੀ ਵਾਰ ਜਦੋਂ ਫਰਕਸ਼ਿਰ ਉਹਨੂੰ ਦਸੰਬਰ ਮਹੀਨੇ ਵਿੱਚ ਗ੍ਰਿਫਤਾਰ ਕਰਕੇ ਤੇ ਮਈ ਦੇ ਮਹੀਨੇ 1716 ਵਿੱਚ ਜਾ ਕੇ ਸ਼ਹੀਦ ਕਰਦਾ ਹੈ। ਸ਼ਹੀਦ ਕਰਨ ਤੋਂ ਪਹਿਲਾਂ ਉਹਦੇ ਮੁਖ ਵਿੱਚ ਉਹਦੇ ਆਪਣੇ ਬੱਚੇ ਦਾ ਭਾਈ ਅਜੈ ਸਿੰਘ ਦਾ ਮੁਖ ਵਿੱਚ ਕਲੇਜਾ ਪਾਉਂਦਾ, ਮੂੰਹ ਵਿੱਚ ਪਾਉਂਦਾ। ਬੰਦਾ ਸਿੰਘ ਉਹ ਉਸ ਦਿਨ ਗੁਰੂ ਕੀ ਰਹਿਮਤ ਲੈ ਕੇ ਪਾਣਾ ਵੀ ਮੰਨ ਗਿਆ, 7 ਵਚਨ ਕਹਿ ਕੇ ਮੰਨ ਗਿਆ। ਮੈਂ ਬੇਨਤੀ ਕਹਿ ਰਿਹਾ, ਜਦੋਂ ਗੁਰੂ ਦੇ ਚਰਨਾਂ ਵਿੱਚ ਜਦੋਂ ਕੋਈ ਆਉਂਦਾ, ਗੁਰੂ ਘੜ ਨੂੰ ਘੜ ਦਿੰਦਾ। ਗੁਰੂ ਨਾਨਕ ਸਾਹਿਬ ਨੇ ਬਚਨ ਵਰਤੇ ਇੱਥੇ, ਕਹਿਣ ਲੱਗੇ ਗੁਰਮੁਖ ਬਾਣੀ ਘੜ ਕਢਾਵੇ, ਗੁਰੂ ਕਿਰਪਾ ਕਰਕੇ ਘੜ ਨੂੰ ਘੜ ਦਿੰਦਾ, ਉਹਦੀ ਮਤ ਨੂੰ ਸਮਤ ਕਰ ਦਿੰਦਾ ਹੈ। ਗੁਰਮੁਖ ਨਿਰਮਲ ਹਰ ਗੁਣ ਗਾਵੇ। ਗੁਰੂ ਚਰਨਾਂ ਵਿੱਚ ਹੀ ਜੁੜ ਕੇ ਫਿਰ ਕੋਈ ਸੱਚ ਜਾਣੋ, ਉਸ ਪਰਮੇਸ਼ਵਰ ਨਿਰਮਲ ਦੇ ਗੁਣਾਂ ਨੂੰ ਗਾਉਂਦਾ ਹੈ। ਗੁਰੂ ਉਹਨੂੰ ਤਾਕੀਦ ਕਰਦਾ, ਭਲਿਆ ਮਨੁੱਖਾ ਜਨਮ ਪਰਮੇਸ਼ਵਰ ਦੀ ਭਗਤੀ ਲਈ ਮਿਲਿਆ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਤੇ ਅੱਗੇ ਨਾ ਜੀ 4 ਗੱਲਾਂ ਮਹਾਰਾਜ ਨੇ ਕਹੀਆਂ। ਕਹਿ ਲੱਗੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ। ਮਹਾਰਾਜ ਕਹਿੰਦੇ ਜਿੰਨਾ ਸਮਾਂ ਬਜ਼ੁਰਗੀ ਨਹੀਂ ਆਈ, ਤੈਨੂੰ ਮੌਤ ਨੇ ਗ੍ਰਸਿਆ ਨਹੀਂ, ਤੂੰ ਤੰਦਰੁਸਤ ਹੈ, ਤੇਰੀ ਜ਼ੁਬਾਨ ਛਿੜਕਦੀ ਨਹੀਂ, ਬੋਲਣ ਦੇ ਸਮਰੱਥ ਹੈ, ਉਹਨਾਂ ਸਮਾਂ ਤੂੰ ਪਰਮੇਸ਼ਵਰ ਦੀ ਭਗਤੀ ਕਰਿਆ ਕਰ। ਪਰ ਭਗਤੀ ਮਨੁੱਖ ਤਾਂ ਕਰਦਾ, ਨਾਮ ਨਾਲ ਤਾਂ ਜੁੜਦਾ ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ, ਉਹ ਪਰਮੇਸ਼ਵਰ ਦੇ ਨਿਰਮਲ ਗੁਣਾਂ ਨੂੰ ਗਾਉਂਦਾ ਹੈ। ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ, ਪਵਿੱਤਰ ਪਰਮ ਪਦ ਪਾਵੈ, ਉਹ ਬਹੁਤ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਪਰਮ ਪਦ ਦਾ ਅਰਥ ਹੈ ਵਿਕਾਰਾਂ ਤੋਂ ਰਹਿਤ, ਉਹਦੀ ਬਹੁਤ ਉੱਚੀ ਅਵਸਥਾ ਹੋ ਜਾਂਦੀ ਆ, ਜਿਹਨੂੰ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਦਿਓ। ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਗੁਰੂ ਚਰਨਾਂ ਵਿੱਚ ਜੁੜਿਆ ਹੋਇਆ ਸਿੱਖ ਤਨ ਮਨ ਕਰਕੇ ਰੋਮ ਰੋਮ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਾ ਹੈ। ਨਾਨਕ ਗੁਰਮੁਖ ਸਾਚ ਸਮਾਵੈ। ਗੁਰੂ ਦੀ ਟੇਕ ਲੈ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਕਹਿਣ ਲੱਗੇ ਉਹ ਅਵਨਾਸ਼ੀ ਜਿਹੜਾ ਨਾਸ਼ ਰਹਿਤ ਪਰਮਾਤਮਾ ਸੱਚਾ ਹੈ, ਉਹ ਸੱਚੇ ਵਿੱਚ ਮਨੁੱਖ ਸਮਾ ਜਾਂਦਾ ਹੈ। ਉਹ ਇੱਕੋ ਪਰਮਾਤਮਾ ਨਾਸ਼ਵੰਤ ਹੈ, ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਅਵਨਾਸ਼ੀ ਹੈ।
ਬਾਕੀ ਸਭ ਕੁਝ ਨਾਸ਼ਵੰਤ ਹੈ। ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਮਹਾਰਾਜ ਨੇ ਬਾਣੀ ਵਿੱਚ ਕਿਹਾ, ਨਾ ਦੇਵ ਦਾਨਵਾ ਨਾਰਾ ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ। ਇੱਥੇ ਨਾ ਦੇਵਤੇ ਨਾ ਦਾਨਵ ਨੇ, ਰਾਖਸ਼ ਨੇ, ਨਾ ਆਮ ਮਨੁੱਖ ਨੇ, ਕਿਸੇ ਬਹਿ ਰਹਿ ਨਹੀਂ ਰਹਿਣਾ। ਜੇ ਇੱਥੇ ਟਿਕ ਕੇ ਰਹਿਣਾ ਤੇ ਇੱਕ ਪਰਮਾਤਮਾ ਹੈ। ਸਤਿਗੁਰੂ ਕਹਿੰਦੇ ਨਾਨਕ ਗੁਰਮੁਖ ਸਾਚ ਸਮਾਵੈ, ਗੁਰੂ ਦੀ ਮੱਤ ਲੈ ਕੇ ਗੁਰਮੁਖ ਉਸ ਪਰਮੇਸ਼ਵਰ ਸੱਚ ਵਿੱਚ ਸਮਾ ਜਾਂਦਾ ਹੈ। ਗੁਰਮੁਖ ਪਰਚੈ ਵੇਦ ਵਿਚਾਰੀ। ਇੱਥੇ ਜਿਹੜਾ ਪਰਚੈ ਸ਼ਬਦ ਆਇਆ ਹੈ ਨਾ, ਇਹਦਾ ਅਖਰੀ ਅਰਥ ਡੂੰਗੀ ਸਾਧ। ਕੋਈ ਕਿਸੇ ਵਿੱਚ ਪਰਚ ਜਾਏ, ਇੱਕ ਮਿਕ ਹੋ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਗੁਰਮੁਖ ਪਰਚੈ, ਗੁਰੂ ਦੀ ਮੱਤ ਲੈ ਕੇ ਕੋਈ ਪਰਮੇਸ਼ਵਰ ਨਾਲ ਇੰਨਾ ਪਤੀਤ ਜਾਂਦਾ ਹੈ, ਪਰਚ ਜਾਂਦਾ ਹੈ, ਡੂੰਗੀ ਸਾਂਝ ਪਾ ਲੈਂਦਾ ਹੈ। ਵੇਦ ਵਿਚਾਰੀ ਮਾਨੋ ਉਹ ਵੇਦਾਂ ਦਾ ਗਿਆਤਾ ਹੋ ਜਾਂਦਾ ਹੈ। ਉਹਨੂੰ ਵੇਦ ਵਿਚਾਰਨ ਦੀ ਲੋੜ ਨਹੀਂ। ਜਿਹੜਾ ਸ਼ਬਦ ਵਿੱਚ ਇੰਨਾ ਜੁੜ ਜਾਏ, ਗੁਰੂ ਚਰਨਾਂ ਵਿੱਚ ਇੰਨਾ ਜੁੜ ਜਾਏ, ਗੁਰਮੁਖ ਪਰਚੈ ਵੇਦ ਵਿਚਾਰੀ, ਡੂੰਗੀ ਸਾਂਝ ਪਾਉਣ ਵਾਲਾ ਵੇਦਾਂ ਦਾ ਗਿਆਤਾ ਹੋ ਜਾਂਦਾ ਹੈ। ਗੁਰਮੁਖ ਪਰਚੈ ਤਰੀਐ ਤਾਰੀ। ਜਿਹੜਾ ਗੁਰੂ ਵੱਲ ਮੁਖ ਕਰਦਾ ਹੈ, ਮਹਾਰਾਜ ਕਹਿਣ ਲੱਗੇ ਉਹ ਇੰਨੀ ਡੂੰਗੀ ਸਾਂਝ ਪਾ ਲੈਂਦਾ ਹੈ, ਇਸ ਭਵਜਲ ਨੂੰ ਤਰੀਐ ਤਾਰੀ, ਇਸ ਭਵਜਲ ਸੰਸਾਰ ਨੂੰ ਪਾਰ ਕਰ ਜਾਂਦਾ ਹੈ। ਇਹਨੂੰ ਪਾਰ ਕਰਕੇ ਆਪਣਾ ਜੀਵਨ ਸਵਾਰਦਾ ਹੈ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ। ਜਿਹੜਾ ਗੁਰੂ ਦਾ ਪੱਲਾ ਪਕੜਦਾ ਹੈ, ਉਹ ਇੰਨੀ ਡੂੰਗੀ ਸਾਂਝ ਪਾਉਂਦਾ ਹੈ ਕਿ ਸ਼ਬਦ ਗਿਆਨੀ ਦਾ ਅਰਥ ਹੈ ਉਹਨੂੰ ਪਰਮੇਸ਼ਵਰ ਦੇ ਦਰ ਦਾ ਗਿਆਨ ਹੋ ਜਾਂਦਾ ਹੈ। ਉਹ ਪਰਮੇਸ਼ਵਰ ਦੇ ਗਹਿਰੇ ਭਾਵ ਨੂੰ, ਪਰਮੇਸ਼ਵਰ ਦੇ ਅਨੁਭਵ ਨੂੰ ਸਮਝਦਾ ਹੈ, ਗਿਆਨਵਾਨ ਹੋ ਜਾਂਦਾ ਹੈ। ਗੁਰਮੁਖ ਪਰਚੈ ਅੰਤਰਭਿਦ ਜਾਨੀ। ਗੁਰੂ ਚਰਨਾਂ ਵਿੱਚ ਜੁੜ ਕੇ ਹੀ ਕੋਈ ਅੰਤਰਵਿਦ ਜਾਨੀ। ਅੰਤਰਵਿਦ ਜਾਨੀ ਦਾ ਅਰਥ ਹੈ ਉਹ ਆਪਣੇ ਅੰਦਰ ਦੀ ਆਤਮਿਕ ਸੂਝ ਨੂੰ ਗਿਆਤ ਕਰ ਲੈਂਦਾ ਹੈ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਜਿੱਥੇ ਆਖਦੇ ਆ, ਦੇਹੀ ਗਾਵਾ ਜੀਓ ਧਰਮੇ ਤੋਂ ਬਸੇ ਪੰਚ ਕਿਰਸਾਨਾ, ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਹਿਆ ਨਾ ਮਾਨੈ। ਬਾਬਾ ਅਬ ਨਾ ਬਸੋ ਇਹ ਗਾਉ, ਘਰੀ ਘਰੀ ਕਾ ਲੇਖਾ ਮੰਗੈ, ਕਾਇਤ ਚੇਤੂ ਨਾਉ। ਇਹ ਹੈ ਅੰਤਰ ਆਤਮੇ ਦੀ ਸੂਝ। ਉਂਝ ਬੰਦਾ ਕਦੀ ਆਪਣੇ ਆਪ ਤੇ ਖਿਆਲ ਨਹੀਂ ਕਰਦਾ, ਪਰ ਸਤਿਗੁਰੂ ਕਹਿੰਦੇ ਆ ਜਦੋਂ ਕੋਈ ਗੁਰਮੁਖ ਗੁਰੂ ਚਰਨਾਂ ਵਿੱਚ ਜੁੜਦਾ ਹੈ, ਉਹਨੂੰ ਗਿਆਤ ਆਉਂਦੀ ਹੈ ਇਹ ਸਰੀਰ ਹੈ, ਇਹਦੇ 5 ਇੰਦਰੇ ਨੇ, 5 ਕਰਮ ਇੰਦਰੇ, 5 ਗਿਆਨ ਇੰਦਰੇ ਨੇ, ਆ ਅੱਖਾਂ ਨਾਸਕਾ ਰਸਨਾ, ਇਹ 5 ਕਿਰਸਾਨ ਨੇ। ਤੇ ਕਿਰਸਾਨ ਕਹਿਣੇ ਤੋਂ ਬਾਹਰ ਹੋਣ ਤੇ ਚੰਗੇ ਕਰਮ ਨਹੀਂ ਕਰਦੇ। ਉਹ ਅਰਦਾਸ ਕਰਕੇ ਆਖਦੇ, ਕਹਿਤ ਕਬੀਰ ਸੁਨੋਰੇ ਸੰਤੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਇਹ ਉਹ ਆਖਦੇ ਜਿਹੜਾ ਅੰਤਰਗਤ ਆਤਮਿਕ ਦੀ ਸੂਝ ਜਾਣਦਾ ਹੈ। ਗੁਰਮੁਖ ਪਾਈਐ ਅਲਖ ਅਪਾਰ। ਗੁਰੂ ਚਰਨਾਂ ਵਿੱਚ ਜੁੜ ਕੇ ਉਸ ਅਲਖ ਪਰਮਾਤਮਾ ਜਿਹੜਾ ਲਖਿਆ ਨਹੀਂ ਜਾ ਸਕਦਾ, ਅਪਾਰ ਜਿਹਦਾ ਪਾਰਾਵਾਰ ਅੰਤ ਕੋਈ ਨਹੀਂ, ਉਹਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਉਹਦੇ ਅਲਖ ਨੂੰ ਲਖਣ ਦਾ ਯਤਨ ਕਰਦਾ ਹੈ, ਭਾਵ ਉਹਦੇ ਚਰਨਾਂ ਵਿੱਚ ਜੁੜ ਕੇ ਜੀਵਨ ਨੂੰ ਸਵਾਰਦਾ ਹੈ। ਨਾਨਕ ਗੁਰਮੁਖ ਮੁਕਤ ਦੁਆਰ। ਗੁਰੂ ਚਰਨਾਂ ਵਿੱਚ ਜੁੜ ਕੇ ਹੀ ਕੋਈ ਗੁਰਮੁਖ, ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀਓ ਸਿੱਧੋ ਉਹ ਮੁਕਤੀ ਦਾ ਦਰ ਪ੍ਰਾਪਤ ਕਰ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ 4 ਸਿੱਖ ਆਏ ਸਨ, ਭਾਈ ਨਈਆ, ਭਾਈ ਤੁਲਸਾ ਬਹੋਰਾ, ਭਾਈ ਜਾਪਾ ਤੇ ਭਾਈ ਮਈਆ। ਚਾਰਾਂ ਕਿਹਾ ਮਹਾਰਾਜ ਗ੍ਰਸਤ ਵਿੱਚ ਗੁਰਮੁਖ ਕਿਵੇਂ ਬਣੀਦਾ? 6 ਗੱਲਾਂ ਮਹਾਰਾਜ ਨੇ ਕਹੀਆਂ। ਗੁਰੂ ਰਾਮਦਾਸ ਜੀ ਨੇ ਕਹਿਣ ਲੱਗੇ, ਪਹਿਲਾ ਕੰਮ ਕਰਿਓ ਜਿਵੇਂ ਘਰ ਗ੍ਰਸਤੀ ਦੇ ਕੰਮਾਂ ਨੂੰ ਨੇ ਕਰ ਦਿਓ, ਬਾਣੀ ਨੂੰ ਨੇ ਕਰਿਓ। ਦੂਜਾ ਕੰਮ ਕਰਿਓ, ਬਾਣੀ ਪੜ੍ਹ ਕੇ ਵਿਚਾਰਿਓ ਜ਼ਰੂਰ। ਤੀਜਾ ਕੰਮ ਕਰਿਓ, ਪੜ੍ਹ ਵਿਚਾਰ ਕੇ ਖਿਆਲ ਕਰਿਓ ਗੁਰੂ ਕੀ ਕਹਿੰਦਾ, ਮੈਂ ਕੀ ਕਰਦਾ। ਚੌਥਾ ਕੰਮ ਕਰਿਓ, ਬਾਣੀ ਪੜ੍ਹਦਿਆਂ ਨਾਮ ਜਪਦਿਆਂ ਕਈ ਵਾਰੀ ਮਨੂਆ ਟਿਕਦਾ ਨਹੀਂ, ਇਹਨੂੰ ਦ੍ਰਿੜ ਕਰਕੇ ਟਿਕਾ ਲਿਓ। ਪੰਜਵਾਂ ਬਚਨ ਵਰਤਿਆ, ਕਹਿਣ ਲੱਗੇ ਅਰਦਾਸ ਕਰਿਓ ਜਦੋਂ ਨਾਮ ਵਿੱਚ ਸੁਰਤ ਜੁੜ ਜਾਏ। ਜਿਵੇਂ ਬੱਚੀ ਦੇ ਸਿਰ ਤੇ ਪਾਣੀ ਦਾ ਘੜਾ ਰੱਖਿਆ ਹੁੰਦਾ ਹੈ, ਬਾਹਰੀ ਤੌਰ ਤੇ ਗੱਲਾਂ ਵੀ ਕਰਦੀ ਪਰ ਸੁਰਤ ਪਾਣੀ ਦੇ ਘੜੇ ਵਿੱਚ, ਇਸ ਤਰ੍ਹਾਂ ਸੁਰਤ ਨੂੰ ਟਿਕਾਇਓ। ਇਹ ਬਖਸ਼ਿਸ਼ਾਂ ਗੁਰੂ ਰਾਮਦਾਸ ਜੀ ਨੇ ਕਹੀਆਂ ਸੀ। ਕਹਿਣ ਲੱਗੇ ਉਹ ਗੁਰਮੁਖ ਬਣ ਜਾਂਦਾ ਹੈ।
ਜਿਹੜਾ ਇਸ ਤਰ੍ਹਾਂ ਬਾਣੀ ਨਾਮ ਨਾਲ ਜੁੜਦਾ ਹੈ, ਸਤਿਗੁਰੂ ਕਿਰਪਾ ਕਰੇ। ਸਤਿਗੁਰੂ ਦੀ ਕਿਰਪਾ ਦਾ ਸਦਕਾ ਅੱਜ ਅੰਮ੍ਰਿਤ ਵੇਲੇ ਜੋ ਸਾਹਿਬ ਨੇ ਹੁਕਮਨਾਮਾ ਸਾਹਿਬ ਬਖਸ਼ਿਆ, ਉਹਦੀ ਵਿਚਾਰ ਆਪਾਂ ਗੁਰੂ ਕਿਰਪਾ ਨਾਲ ਕੀਤੀ ਹੈ। ਬਾਣੀ ਵਿਚਾਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ, ਕਿਰਪਾ ਕਰਕੇ ਬਖਸ਼ ਦੇਣੀਆਂ ਦੀ ਸੰਗਤ ਸਤਿਗੁਰੂ ਬਖਸ਼ਣ ਜੋਗ। ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਇਹ ਆਪ ਬਖਸ਼ਿਸ਼ ਕੀਤੀ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਪਿਆਰ ਨਾਲ ਬੈਠ ਕੇ ਵਿਚਾਰ ਸੁਣੇ। ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ ਜੀ ਹੁਣੀ, ਸਭ ਦਾ ਧੰਨਵਾਦ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਗੁਰਮੁਖ ਪਾਈਐ ਅਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।